ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰੂ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਵਾਹਿਗੁਰੂ ਸਾਹਿਬ ਜੀਓ ਦੋਹਰਾ ਜਬ ਸ਼੍ਰੀ ਅਰਜਨ ਚੱਲਨ ਕੋ ਕਹਿਓ ਸਭਨ ਕੇ ਮਾਹੋ ਦਾਸੀ ਦਾਸ ਸਮੂਹ ਜੇ ਹਰਖਤ ਕੀਨ ਉਮਾਹੇ ਜਬ ਸ਼੍ਰੀ ਅਰਜਨ ਚੱਲਨ ਕੋ ਕਹਿਓ ਸਭਨ ਕੇ ਮਾਹੋ ਦਾਸੀ ਦਾਸ ਸਮੂਹ ਜੇ ਹਰਖਤ ਕੀਨ ਉਮਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ
ਜਹਰਾ ਜਹੂਰ ਦੀਨਾ ਬੰਧੂ, ਭਗਤ ਵਛਲ ਗੁਰੂ ਗਰੀਬ ਨਵਾਜ। 10 ਪਾਤਸ਼ਾਹੀਓਂ ਜੀ ਦੇ ਪਾਵਨ ਪਵਿੱਤਰ ਸਰੂਪ ਮਿਹਰਾਮਤਾਂ, ਦਇਆ ਦਾ ਸਾਗਰ, ਨਿਹਚਲ ਚੌਰ ਛਤਰ ਤਖਤ ਕੇ ਮਾਲਕ, ਸ਼ਬਦਾ ਅਵਤਾਰ, ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਜਿਨਕੇ ਭਾਗ ਵੱਡੇ हैं ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਵੱਡੇ ਭਾਗਾਂ ਦੇ ਸਦਕਾ ਸਤਿਗੁਰਾਂ ਦੀ ਹਜ਼ੂਰੀ ਅੰਦਰ ਸਾਜ ਕਰ ਗੁਰੂ ਗਰੀਬ ਨਵਾਜ ਦੇ ਦਰ ਕਰਦੀ ਸਿਫਤ ਸਲਾਗਾ ਸੋਭਾ ਸ਼ਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। खुश बवद उम्र के दर याद बेगुजरद, वरन है चे हासिल अस्त अजी गुंबदे कबूद मरा। आया सफलता हु कौ गनीय, जास रसन हर हर जस पनीय। पिछले समय तो ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਕਰਦੀ ਸੋਭਾ ਆਪਾਂ ਰਲ ਮਿਲ ਕਰਕੇ ਸਰਵਣ ਕੀਤੀ ਹੈ। ਜਥਾ ਪਿਛਲੇ ਦੀਵਾਨ ਵਿੱਚ ਸਤਿਗੁਰਾਂ ਦੀ ਵਡਿਆਈ ਮਹਿਮਾ ਦਾ ਪ੍ਰਸੰਗ ਆਪਾਂ ਸਰਵਣ ਕੀਤਾ ਹੈ। ਸੱਚੇ ਪਾਤਸ਼ਾਹ ਅਕਾਲ ਪੁਰਖ ਪਰਮੇਸ਼ਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸਰੂਪ ਧਾਰ ਕੇ ਸੰਸਾਰ ਅੰਦਰ ਆਏ, ਅਰਬਿਅੰਤ ਜੀਵਾਂ ਦੀ ਕਲਿਆਣ ਕੀਤੀ। ਸਤਿਗੁਰਾਂ ਫਿਰ ਦੂਸਰਾ ਸਰੂਪ ਧਾਰਨ ਕੀਤਾ, ਫਿਰ ਤੀਸਰਾ, ਚੌਥਾ, ਪੰਜਵਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਪਾਵਨ ਪਵਿੱਤਰ ਗੁਰਤਾ ਸਿੰਘਾਸਣ 'ਤੇ ਸੁਭਾਏਮਾਨ ਹਨ। ਉਹਨਾਂ ਦੇ ਘਰ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੱਦੀ ਦੇ ਅਗਲੇ ਨਸ਼ੀਨ ਧੰਨ ਹਰਗੋਬਿੰਦ ਸਾਹਿਬ ਸਾਹਿਬਜ਼ਾਦਾ ਤਿੰਨਾਂ ਅਵਤਾਰ ਧਾਰਨਾ ਕੀਤਾ ਤੇ ਪਰਮੇਸ਼ਰ ਨੂੰ ਖਾਲਸਾ ਜੀ ਦਰਸ਼ਨ ਨੂੰ, ਪਰਮੇਸ਼ਰ ਦੇ ਦਰਸ਼ਨ ਪਰਸਣ ਦਾ, ਪਰਮੇਸ਼ਰ ਨੂੰ ਵੇਖਣ ਦਾ ਕਿਹਦਾ ਮਨ ਨਹੀਂ ਕਰਦਾ, ਸਭ ਲੋਚਦੇ ਆ। ਫਿਰ ਉਹ ਸਮਾਂ ਜਦੋਂ ਸੰਸਾਰ ਵਿੱਚ ਪਾਪ ਵਧੇ ਹੋਣ ਤੇ ਇਹੋ ਜਿਹੇ ਕਲਯੁਗ ਦੇ ਭਿਆਨਕ ਸਮੇਂ ਅੰਦਰ ਬਾਲ ਰੂਪ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਨੂੰ ਸਭ ਦੇ ਮਨ ਲੋਚਦੇ ਹਨ। ਕਹਿੰਦੇ ਇੱਕ ਦਿਨ ਮਾਤਾ ਗੰਗਾ ਜੀ ਘਰ ਵਿੱਚ ਬਿਰਾਜੇ ਹੋਏ ਆ, ਧੰਨ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਮਾਤਾ ਜੀ ਦੇ ਸੁੱਤੇ ਹੋਏ, ਕਿਉਂਕਿ 2 ਵਰ੍ਹਿਆਂ ਦੀ ਉਮਰ ਹੈ ਸੱਚੇ ਪਾਤਸ਼ਾਹ ਬਾਲਕ ਹਰਗੋਬਿੰਦ ਸਾਹਿਬ ਮਹਾਰਾਜ ਦੀ, ਤੇ ਅੱਧੀ ਕੁ ਰਾਤ ਦਾ ਸਮਾਂ ਪਿਆ। ਹਜ਼ੂਰ ਦੇ ਦਰਸ਼ਨ ਪਰਸਨ ਵਾਸਤੇ ਸਾਰੇ ਦੇਵੀ ਦੇਵਤੇ, ਕੀ ਇੰਦਰ, ਕੀ ਬ੍ਰਹਮਾ, ਸ਼ਿਵ ਭਗਵਾਨ, 9 ਨਾਥ, 64 ਜੋਗਣੀਆਂ, ਔਰ ਇਸੇ ਤਰ੍ਹਾਂ ਖਾਲਸਾ ਜੀ 52 ਵੀਰ, ਨਾਰਦ ਮੁਨ ਇਤਿਆਦਿਕ ਬੇਅੰਤ ਦੇਵੀ ਦੇਵਤੇ ਵਡਾਲੀ ਨਗਰ ਵਿੱਚ ਹਜ਼ੂਰ ਦੇ ਦਰਸ਼ਨਾਂ ਨੂੰ ਪਹੁੰਚੇ। ਮਨ ਵਿੱਚ ਉਤਸ਼ਾਹ ਹੈ ਕਿ ਪਰਮੇਸ਼ਰ ਦੇ ਬਾਲਕ ਰੂਪ ਦੇ ਅਸੀਂ ਵੀ ਦਰਸ਼ਨ ਕਰਕੇ ਨਿਹਾਲ ਹੋ ਜਾਈਏ। ਹਰਗੋਬਿੰਦ ਸਾਹਿਬ ਮਹਾਰਾਜ ਜਾਣ ਗਏ ਵੀ ਸਾਡੇ ਦਰਸ਼ਨਾਂ ਨੂੰ ਦੇਵੀ ਦੇਵਤੇ ਮਾਤ ਲੋਕ 'ਤੇ ਆਏ ਹੈ। ਦਰਸ਼ਨ ਦੇਣ ਵਾਸਤੇ ਹਜ਼ੂਰ ਆਪਣੇ ਵਿਹੜੇ ਵਿੱਚ ਚਲੇ ਗਏ ਬਾਹਰ। ਦੇਵੀ ਦੇਵਤੇ ਆਣ ਸਤਿਗੁਰਾਂ ਨੂੰ ਨਮਸਕਾਰ ਕੀਤੀ, ਚਰਨ ਪੂਜੇ। ਦੇਵੀ ਦੇਵਤੇ ਚੰਦਨ ਵਿੱਚ ਕੇਸਰ ਮਿਲਾ ਘਸਾ ਕੇ ਹਜ਼ੂਰ ਦੇ ਉੱਪਰ ਛਿੜਕਦੇ ਆ, ਕਿਉਂਕਿ ਸੁਗੰਧੀ ਛਿੜਕਣੀ ਇਹ ਵੀ ਇੱਕ ਤਰ੍ਹਾਂ ਦੀ ਪੂਜਾ ਹੈ, ਨੌਦਾ ਭਗਤੀ ਵਿੱਚੋਂ ਇੱਕ ਹੈ।
ਤੇ ਇਸ ਤਰ੍ਹਾਂ ਬੜੇ ਚੰਦਨ ਦੇ ਜਲ ਦੇ ਨਾਲ, ਅਤਰ ਨਾਲ ਮਹਾਰਾਜ ਦੇ ਚਰਨ ਧੋਤੇ। ਸਾਰਿਆਂ ਦੇਵੀ ਦੇਵਤਾ ਮਹਾਰਾਜ ਨੂੰ ਬੰਦਨਾ ਕੀਤੀਆਂ। ਫਿਰ ਵਾਰੀ-ਵਾਰੀ ਆਪਣੀਆਂ ਬੇਨਤੀਆਂ ਕਰਨ ਲੱਗੇ। 52 ਵੀਰ ਕਹਿੰਦੇ, ਮਹਾਰਾਜ ਹੁਣ ਕਲਯੁਗ ਦੇ ਸਮੇਂ ਵਿੱਚ ਕੋਈ ਵੱਡਾ ਯੁੱਧ ਨਹੀਂ ਵੇਖਿਆ। ਸੂਰਮਿਆਂ ਦਾ ਭੇੜ ਹੋਏ ਨੂੰ ਮਹਾਰਾਜ ਅਰਸੇ ਬੀਤ ਗਏ ਹੈ, ਤੇ ਆਪ ਮਹਾਰਾਜ ਜੀਵਾਂ ਦਾ ਕਲਿਆਣ ਕਰਨ ਤੇ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਸੰਸਾਰ ਤੇ ਆਏ ਹੋ। ਕਿਰਪਾ ਕਰਕੇ ਮਹਾਰਾਜ ਸਾਨੂੰ ਯੁੱਧ ਵਿਖਾਓ ਖਾਂ। ਮਹਾਰਾਜ ਕਹਿੰਦੇ, ਯੁੱਧ ਵੇਖਣਾ ਤੇ ਸਾਡੀ 2 ਵਰਿਆਂ ਦੀ ਉਮਰ ਆ ਜੇ, ਤੇ ਭਰ ਜੋਬਨ ਵਿੱਚ ਅਸੀਂ ਮਹਾਨ ਯੁੱਧ ਮਚਾਵਾਂਗੇ। ਜੇ ਯੁੱਧ ਵੇਖਣ ਦਾ ਚਾਅ ਹੈ ਤੇ ਹੁਣ ਸਮਾਂ ਹੈ। ਮਨੁੱਖਾਂ ਦੇ ਘਰ ਅਵਤਾਰ ਧਾਰ ਕੇ ਤੇ ਸਾਡੀ ਫੌਜ ਵਿੱਚ ਸ਼ਾਮਲ ਹੋਈ ਜਾਓ ਤੇ ਯੁੱਧ ਵੇਖ ਲੈਣਾ, ਜੇ ਵੇਖਣ ਨੂੰ ਚਾਅ ਹੈ। 64 ਜੋਗਣੀਆਂ ਸਤ ਸੰਗਤ ਜੀ, ਇਹ ਮੰਨਿਆ ਜਾਂਦਾ ਵੀ ਜੰਗ ਦੇ ਮੈਦਾਨ ਅੰਦਰ ਇਹ ਸੂਰਮਿਆਂ ਦਾ ਖੂਨ ਤੇ ਮਾਸ ਖਾਂਦੀਆਂ ਨੇ, ਖੱਪਰ ਭਰ ਭਰ ਕੇ। ਜਿਹੜੇ ਬੁਜ਼ਦਿਲ ਹੁੰਦੇ ਉਹਨਾਂ ਦੇ ਲਾਸ਼ ਵੱਲ ਤੇ ਖੂਨ ਦੇ ਵੱਲ ਵੇਂਦੀਆਂ ਤੱਕ ਨਹੀਂ, ਸੂਰਮਿਆਂ ਦਾ ਖੂਨ ਪੀਂਦੀਆਂ ਹਨ। ਉਹਨਾਂ ਵੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਯੁੱਧ ਹੋਏ ਨੂੰ ਸਮਾਂ ਹੋ ਗਿਆ, ਬੜਾ ਭਾਰੀ ਯੁੱਧ ਨਹੀਂ ਵੇਖਿਆ ਕਦੇ, ਜਿਸ ਕਰਕੇ ਬਹੁਤ ਭੁੱਖ ਨਾਲ ਅਸੀਂ ਵਿਆਕੁਲ ਹੋ ਰਹੀਆਂ ਹਾਂ। ਤੇ ਹਜ਼ੂਰ ਨੇ ਆਖਿਆ, ਕੋਈ ਗੱਲ ਨਹੀਂ, ਅਜੇ ਤਾਂ ਅਸੀਂ ਧੰਨ ਮਾਤਾ ਗੰਗਾ ਜੀ ਨੂੰ ਸੁੱਖ ਦੇਣਾ, ਕਿਉਂਕਿ ਸਾਡੀ ਉਮਰ ਛੋਟੀ ਹੈ। ਜਦੋਂ ਵੱਡੇ ਹੋਵਾਂਗੇ ਉਦੋਂ ਤੁਹਾਡੀ ਵੀ ਇੱਛਾ ਪੂਰੀ ਕਰਾਂਗੇ, ਬੜਾ ਮਹਾਨ ਯੁੱਧ ਮਚਾਵਾਂਗੇ, ਦੁਸ਼ਟਾਂ ਨੂੰ ਮਾਰ ਕੇ ਖਪਾ ਦਿਆਂਗੇ। ਉਹਨਾਂ ਘਮਸਾਣ ਦੇ ਯੁੱਧ ਵਿੱਚ ਜਿਹੜੇ ਸਨਮੁਖ ਹੋ ਕੇ ਲੜਨਗੇ ਸੂਰਮੇ, ਸ਼ਸਤਰ ਨਾਲ ਮਾਰੇ ਜਾਣਗੇ, ਸ਼ਹੀਦੀਆਂ ਪਾਉਣਗੇ। ਉਹਨਾਂ ਦੇ ਖੂਨ ਤੇ ਬੋਟੀਆਂ ਨਾਲ ਖੱਪਰ ਭਰ ਭਰ ਤੁਸੀਂ ਪੀ ਲੈਣੇ। ਤੇ ਇਸ਼ਾਰਾ ਕਰਕੇ ਫਿਰ ਸ਼ਿਵ ਭਗਵਾਨ ਨੂੰ ਆਖਿਆ, ਲੈ ਤੇਰੇ ਵੀ ਗਲ ਵਿੱਚ ਜਿਹੜੀ ਰੁੰਡਾਂ ਦੀ ਮਾਲਾ ਪਾਈ ਹੈ, ਉਹ ਹਿੰਦੂ ਮੰਨਦੇ ਆ ਵੀ ਸ਼ਿਵ ਭਗਵਾਨ ਦੇ ਗਲ ਵਿੱਚ ਖੋਪੜੀਆਂ ਦੀ ਮਾਲਾ ਹੈ। ਤੇ ਮਹਾਰਾਜ ਕਹਿੰਦੇ, ਭਗਵਾਨ ਸ਼ਿਵ ਤੇਰੇ ਵੀ ਖੋਪੜੀਆਂ ਦੀ ਮਾਲਾ ਜੀ ਪੁਰਾਣੀ ਹੋਈ ਪਈ ਹੈ, ਕੋਈ ਨਾ ਅਸੀਂ ਇਹੋ ਜਿਹਾ ਯੁੱਧ ਮਚਾਵਾਂਗੇ ਤੇ ਇੱਥੋਂ ਖੋਪੜ ਨਹੀਂ ਮੁੱਕਣੇ, ਜਿੰਨੇ ਮਰਜ਼ੀ ਪਰੋ ਕੇ ਪਾਈ ਜਾਈ। ਇਸ ਤਰ੍ਹਾਂ ਮਹਾਰਾਜ ਨੇ ਸਭ ਨੂੰ ਨਿਹਾਲ ਕੀਤਾ। ਖੁਸ਼ੀਆਂ ਮਨਾਉਂਦੇ ਦੇਵੀ ਦੇਵਤੇ ਮਹਾਰਾਜ ਦੇ ਦਰਸ਼ਨ ਕਰਕੇ ਵਾਪਸ ਮੁੜਨ ਲੱਗੇ। ਉਧਰੋਂ ਧੰਨ ਮਾਤਾ ਗੰਗਾ ਜੀ ਜਾਗ ਗਏ, ਦੌੜ ਕੇ ਵਿਹੜੇ ਵਿੱਚ ਆਏ ਵੀ ਸਾਡੇ ਪੁੱਤਰ ਕਿੱਧਰ ਗਏ ਆ ਸਾਹਿਬਜ਼ਾਦੇ। ਉਹਨੇ ਨੂੰ ਦੇਵੀ ਦੇਵਤੇ ਉਥੇ ਵਡਾਲੀ ਨਗਰ ਦੀ ਜਿਹੜੇ ਡਿਉੜੀ ਸਾਹਿਬ ਇੱਧਰਲੇ ਪਾਸੇ ਆ ਗਏ ਸੀ, ਦਰਵਾਜ਼ਾ ਲੰਘ ਚੁੱਕੇ ਸੀ, ਅੱਧੇ ਕੁ ਲੰਘੀ ਜਾਂਦੇ ਹੈ। ਤੇ ਮਾਤਾ ਜੀਆਂ ਬਹੁਤ ਦੇਵੀ ਦੇਵਤਿਆਂ ਨੂੰ ਸਿਆਣਿਆ ਨਹੀਂ, ਪਰ ਕੰਡਾਂ ਪਾਸੋਂ ਵੇਖ ਲਿਆ ਵੀ ਬੜੇ ਜਣੇ ਆਏ ਹੋਏ ਆ। ਡਰ ਗਏ ਉੱਚੀ, ਤੇ ਆਵਾਜ਼ ਮਾਰ ਮਾਰ ਕੇ ਦਾਸੀਆਂ ਨੂੰ ਉਠਾਇਆ, ਆਖੇ ਤੁਸੀਂ ਸੁੱਤੀਆਂ ਉਹ ਵੇਖੋ, ਪਤਾ ਨਹੀਂ ਤੁਹਾਨੂੰ ਚੋਰ ਪੈ ਗਏ ਘਰ ਵਿੱਚ, ਮੇਰੇ ਪੁੱਤਰ ਨੂੰ ਚੱਕ ਕੇ ਲੈ ਚੱਲੇ ਸੀ। ਮਾਤਾ ਭੋਲੀ ਕੀ ਜਾਣਦੀ ਵੀ ਤੇਰੇ ਪੁੱਤਰ ਨੂੰ ਪੂਜਣ ਵਾਸਤੇ 33 ਕਰੋੜ ਦੇਵੀ ਦੇਵਤੇ ਵਾਰੀਆਂ ਬਨ ਬਨ ਕੇ ਨਿਤਾ ਪ੍ਰਤੀ ਆਉਂਦੇ ਆ। ਧੰਨ ਮਾਤਾ ਗੰਗਾ ਜੀਆਂ ਕੁਛੜ ਚੁੱਕਿਆ ਬਾਲਕ ਨੂੰ, ਆਖਿਆ ਜਾਓ ਸਿੱਖਾਂ ਨੂੰ ਉਠਾਓ, ਵੇਖੋ ਇੱਧਰ ਉੱਧਰ ਕਿੱਧਰ ਗਏ ਆ, ਕਿਤੇ ਫਿਰ ਨਾ ਮੁੜ ਆਉਣ। ਡਰਦੀ ਮਾਰੀ ਮਾਤਾ ਸੁੱਤੀ ਨਾ। ਸਾਰੀ ਰਾਤ ਮਾਤਾ ਜੀ ਗੱਲਾਂ ਬਾਤਾਂ ਕਰਦਿਆਂ ਬਤੀਤ ਕੀਤੀ। ਦਿਨ ਚੜ੍ਹਦਿਆਂ ਸਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਕੀਤੀ, ਮਹਾਰਾਜ ਹੁਣ ਇੱਥੋਂ ਆਪਾਂ ਚਲੇ ਚੱਲੀਏ। ਜਦੋਂ ਦੇ ਇੱਥੇ ਛੋਟੇ ਪਿੰਡ ਵਡਾਲੀ ਵਿੱਚ ਆਏ ਹਾਂ, ਬਹੁਤ ਭਿਆਨਕ ਉਪਦਰਵ ਮਹਾਰਾਜ ਹੁੰਦੇ ਆ, ਤੇ ਤੁਸੀਂ ਮੇਰੀ ਬੇਨਤੀ ਮੰਨੋ ਵੀ ਆਪਾਂ ਹੁਣ ਵਡਾਲੀ ਛੱਡ ਕੇ ਤੇ ਅੰਮ੍ਰਿਤਸਰ ਸਾਹਿਬ ਚਲੇ ਚੱਲੀਏ। ਮਾਤਾ ਜੀ ਦੱਸਦੇ ਵੀ ਰਾਤ ਤੁਹਾਨੂੰ ਪਤਾ ਨਹੀਂ ਵੀ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਨੂੰ ਚੋਰ ਚੁੱਕ ਕੇ ਲੈ ਜਾਂਦੇ, ਕੀ ਕਰਦੇ। ਉਹ ਗਹਿਣਿਆਂ ਦਾ ਲਾਲਚ ਪੁੱਤਰ ਦੇ ਪਾਇਆ ਹੋਇਆਂ ਦਾ ਵੇਖ ਕੇ ਤੇ ਗਹਿਣੇ ਲਾਉਣ ਪਏ, ਤੇ ਮੈਂ ਰੱਬੋਂ ਹੀ ਜਾਗ ਗਈ, ਮੈਨੂੰ ਵੇਖ ਕੇ ਦੌੜ ਗਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਗੰਗਾ ਜਿਹਦਾ ਭੈ ਮੰਨਦੀ, ਇਹ ਤਾਂ ਸਾਰਿਆਂ ਦਾ ਡਰ ਦੂਰ ਕਰਨ ਵਾਲਾ ਮਹਾਬਲੀ ਯੋਧਾ ਹੈ। ਪਰ ਫਿਰ ਵੀ ਕੋਈ ਗੱਲ ਨਹੀਂ, ਕੱਲ੍ਹ ਤੜਕੇ ਤਿਆਰੀ ਕਰ ਲਓ, ਆਪਾਂ ਅੰਮ੍ਰਿਤਸਰ ਸਾਹਿਬ ਜ਼ਰੂਰ ਜਾਵਾਂਗੇ। ਇਸ ਤਰ੍ਹਾਂ ਮਹਾਰਾਜ ਨੇ ਫਿਰ ਕਹਿ ਦਿੱਤਾ ਵੀ ਸਿੱਖਾਂ ਨੂੰ ਵੀ ਸੁਨੇਹਾ ਲਾ ਦਿਓ ਵੀ ਕੱਲ੍ਹ ਨੂੰ ਤਿਆਰਾ ਖਿੱਚ ਲੈਣ, ਵਡਾਲੀ ਤੋਂ ਆਪਾਂ ਮੁੜ ਅੰਮ੍ਰਿਤਸਰ ਸਾਹਿਬ ਵਾਸਾ ਕਰ ਲੈਣਾ ਹੈ। ਇਹ ਪ੍ਰਸੰਗ ਆਪਾਂ ਕੱਲ੍ਹ ਸੁਣਿਆ। ਅੱਗੇ ਜਿਵੇਂ ਖਾਲਸਾ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਰਿਵਾਰ ਸਮੇਤ ਸਿੱਖਾਂ ਦੇ ਅੰਮ੍ਰਿਤਸਰ ਸਾਹਿਬ ਆਉਣ ਵਾਸਾ ਕੀਤਾ, ਤੇ
ਬੀਬੀ ਕਰਮੋ ਤੇ ਪ੍ਰਿਥੀ ਚੰਦ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਕਰਕੇ ਹੌਲ ਪੈਣੇ। ਉਹ ਸਾਰਾ ਪ੍ਰਸੰਗ ਜਿਵੇਂ ਆਉਂਦਾ ਆਪਾਂ ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਚੋਜੀ ਪ੍ਰੀਤਮ ਸੋਢੀ ਪਾਤਸ਼ਾਹ ਨੂੰ ਹਿਰਦੇ ਵਸਾਓ ਜੀ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਬ ਸ਼੍ਰੀ ਅਰਜਨ ਚੱਲਨ ਕੋ। ਇਸ ਤਰ੍ਹਾਂ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਪ੍ਰਸੰਗ ਤੋਰਦੇ ਦੱਸਦੇ ਹੈ। ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਡਾਲੀ ਨਗਰ ਤੋਂ ਅੰਮ੍ਰਿਤਸਰ ਸਾਹਿਬ ਜਾਣ ਦੀ ਤਿਆਰੀ ਕੀਤੀ ਹੈ, ਹੁਕਮ ਕਰ ਦਿੱਤਾ ਹੈ, ਚੱਲਣ ਦਾ ਤਿਆਰਾ ਕੀਤਾ ਹੈ। ਕਹਿਓ ਸਭਨ ਕੇ ਮਾਹੋ। ਤੇ ਸਾਰੀਆਂ ਸੰਗਤਾਂ ਦੇ ਵਿੱਚ ਸੁਨੇਹਾ ਲਾ ਦਿੱਤਾ ਹੈ। ਦਾਸੀ ਸਾਰੀ ਤਬ ਤਿਆਰੀ। ਤੇ ਦਾਸੀ ਦਾਸ ਸਮੂਹ ਜੇ ਵੇਖ ਕੇ ਪੜ। ਜਿੰਨੇ ਦਾਸੀਆਂ ਨੇ ਦਾਸ ਹਨ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਕਰਦੇ, ਜਿੰਨੇ ਸਿੱਖ ਪਰਿਵਾਰ ਹਨ ਹਰਖਤ ਕੀਨ ਉਮਾਹੇ। ਸਾਰੇ ਬੜੇ ਖੁਸ਼ ਹੋ ਗਏ ਵੀ ਹੁਣ ਵਡਾਲੀ ਨੂੰ ਛੱਡ ਕੇ ਤੇ ਅੰਮ੍ਰਿਤਸਰ ਸਾਹਿਬ ਜਿਹੜਾ ਵੱਡਾ ਸ਼ਹਿਰ ਹੈ ਉੱਥੇ ਵਾਸਾ ਕਰਾਂਗੇ। ਉਹ ਚਾਅ ਹੁੰਦਾ ਨਾ, ਕਿਉਂਕਿ ਪਿੰਡ ਛੋਟਾ ਹੈ, ਕੋਈ ਉਹੋ ਜਿਹੀਆਂ ਸੁੱਖ ਸਹੂਲਤਾਂ ਨਹੀਂ ਸਨ ਜਿਹੜੀਆਂ ਅੰਮ੍ਰਿਤਸਰ ਸਾਹਿਬ ਵਿੱਚ ਸਨ। ਫਿਰ ਅੰਮ੍ਰਿਤਸਰ ਸਾਹਿਬ ਜਿੰਨੀ ਰੌਣਕ ਇੱਥੇ ਵਡਾਲੀ ਵਿੱਚ ਹੈ ਸੀ ਪਰ ਓਨੀ ਨਹੀਂ ਸੀ। ਤੋ ਉਹ ਗੁਰੂ ਰਾਮਦਾਸ ਮਹਾਰਾਜ ਦਾ ਘਰ ਹੋਣ ਕਰਕੇ ਬੜੀਆਂ ਰੌਣਕਾਂ ਰਹਿੰਦੀਆਂ। ਸਿੱਖਾਂ ਨੇ ਸੁਣਿਆ ਵੀ ਹੁਣ ਅੰਮ੍ਰਿਤਸਰ ਸਾਹਿਬ ਚੱਲੇ ਮਹਾਰਾਜ। ਸਾਰੇ ਸਿੱਖ ਪਰਿਵਾਰ ਬਾਲ ਬੁੱਢੇ ਬੱਚੇ ਸਭ ਬੜੇ ਖੁਸ਼ ਹੋਏ ਹੈ, ਬੜਾ ਉਤਸ਼ਾਹ ਹੁੰਦਾ ਹੈ। ਕਬਿਤ ਚਾਰ ਅਸਵਾਰੀ ਕਰੀ ਸਾਰੀ ਤਾਬ ਤਿਆਰੀ ਤੈਂ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਹਿ ਕਰਕੇ ਤੇ ਸਾਰੀ ਅਸਵਾਰੀ ਜਿਹੜੀਆਂ ਤਿਆਰ ਕਰਵਾ ਲਈਆਂ ਮਾਈਆਂ ਦੇ ਚੜ੍ਹਨ ਨੂੰ, ਧੰਨ ਮਾਤਾ ਗੰਗਾ ਜੀ ਦੇ ਚੜ੍ਹਨ ਵਾਸਤੇ ਅਸਵਾਰੀਆਂ ਸੁੰਦਰ ਤਿਆਰ ਸਿੱਖਾਂ ਕਰ ਦਿੱਤੀਆਂ ਹਨ। ਹੀਰ ਨਰ ਨਾਰੀ ਕੋ ਉਸ਼ਾਹ ਭਇਓ ਮਨ ਮੈਂ। ਤੇ ਇੱਥੇ ਬਲਦ ਗੱਡੀਆਂ ਘੋੜੇ ਰੱਥ ਖੜੇ ਹੋਏ ਵੇਖ ਵੇਖ ਕੇ ਸਾਰੀਆਂ ਸਿੱਖ ਸੰਗਤਾਂ ਨੂੰ ਮਾਈ ਭਾਈ ਨੂੰ ਬੜਾ ਚਾਅ ਮਨ ਵਿੱਚ ਹੈ। ਸਯੰਦਨ ਬਹਿਲ ਆਰ ਸਕਟੇ ਸਮਾਜ ਭਰੇ। ਬਲਦ ਪਿੱਛੇ ਉਹਨਾਂ ਦੇ ਗੱਡੇ ਜਿਹੜੇ ਪਾਏ ਹੋਏ ਹੈ ਤੇ ਇਸੇ ਤਰ੍ਹਾਂ ਘੋੜੇ ਹੈ, ਘੋੜਿਆਂ ਦੇ ਪਿੱਛੇ ਰੱਥ ਸੋਹਣੇ ਬਣਾਏ ਹੋਏ, ਬਹੁਤੇ ਸੋਹਣੇ ਰੱਥ ਜਿਹੜੇ ਹੈ ਤੇ ਗੱਡੇ ਸਜੇ ਹੋਏ ਹਨ ਬਹੁਤੇ ਹੀ। ਤੇ ਸਭ ਜਿਹੜੇ ਹੈ ਰੱਥ ਉਹਨਾਂ ਵਿੱਚ ਅਸਵਾਰੀਆਂ ਬੈਠਣ ਵਾਸਤੇ ਮਾਤਾ ਜੀ ਹਰਗੋਬਿੰਦ ਸਾਹਿਬ ਦੇ ਸਜਣ ਵਾਸਤੇ ਰੱਥ ਆ ਗਏ ਹੈ। ਤੇ ਸਮਾਨ ਲੱਦਣ ਵਾਸਤੇ ਗੱਡੇ ਤੇ ਬਲਦਾਂ ਸਮੇਤ ਲਿਆ ਦਰਵਾਜੇ ਮਹਾਰਾਜ ਦੇ ਠੱਲੇ ਸਿੱਖਾਂ ਨੇ। ਦਾਸ ਕਰੇ ਕਾਰਜੋ ਕੋ ਲਾਦੀਆਂ ਤਿਨ ਮੈਂ। ਤੇ ਜਿੰਨੇ ਸਿੱਖ ਸੰਗਤਾਂ ਆਪੋ ਆਪਣਾ ਸਮਾਨ ਤੇ ਮਹਾਰਾਜ ਦੇ ਘਰ ਦਾ ਸਾਰਾ ਸਮਾਨ ਗੱਡਿਆਂ ਵਿੱਚ ਲੱਦ ਰਹੇ ਹਨ। ਵੱਡੋ ਬਰ ਟੋਹੇ ਥਾਲ ਦੀਰਗ ਕਰਾਹੇ ਲੀਨ। ਤੋ ਇਸ ਤਰ੍ਹਾਂ ਵੱਡੇ ਜਿਹੜੇ ਬਲਟੋਏ ਹੈ, ਭਾਵ ਵੱਡੀਆਂ ਦੇਗਾਂ, ਵੱਡੇ ਵਰਟੋਏ ਜਿਹੜੇ ਆ ਦੇਗ 'ਚ, ਵੱਡੇ ਵੱਡੇ ਕੜਾਏ ਜਿਹੜੇ ਉਹ ਸਾਰੇ ਗੱਡਿਆਂ ਤੇ ਲੱਦ ਲਏ ਲੰਗਰ ਵਾਲੇ। ਔਰ ਸਭ ਬਾਸਣ ਸੰਭਾਰੇ ਤੇ ਸਛਿਨ ਮੈਂ। ਤੇ ਹੋਰ ਥਾਲ ਕੋਈ ਬਾਟੇ ਗਲਾਸ ਕੌਲੀਆਂ ਭਾਂਡੇ ਸਭ ਬੰਨ ਬੰਨ ਕੇ ਪੰਡਾਂ ਦੇ ਵਿੱਚ ਬੋਰਿਆਂ ਵਿੱਚ ਪਾ ਪਾ ਕੇ ਗੱਡਿਆਂ ਉੱਪਰ ਲੱਦ ਲਏ, ਸੰਭਾਲ ਲਏ ਸਿੱਖਾਂ ਨੇ। ਬਸਨ ਕੇ ਭਾਰ ਪੂਰ ਤਰੇ ਕਰ ਪੂਰਨ ਤੇ ਕੋ। ਕੱਪੜਿਆਂ ਦੀਆਂ ਪੰਡਾਂ ਤਗੜੀਆਂ ਬੰਨ ਬੰਨ ਕੇ ਉਹ ਵੀ ਗੱਡਿਆਂ ਉੱਪਰ ਲੱਦ ਦਿੱਤੀਆਂ ਹਨ। ਬ੍ਰਿਖਬ ਕੋ ਜੋਰ ਕੀਨ ਤੂਰਨ ਗਮਨ ਮੈਂ। ਤੇ ਇਸ ਤਰ੍ਹਾਂ ਜਿਹੜੇ ਹੈ ਉਹ ਗੱਡੇ ਜੋੜ ਲਏ ਆ ਸੋਹਣੇ, ਬਲਦ ਜੋੜ ਕੇ ਗੱਡਿਆਂ ਦੇ ਅੱਗੇ ਤੇ ਤੋਰ ਤੋਰ ਕੇ ਵੇਖਦੇ ਆ ਵੀ ਬਿਲਕੁਲ ਦਰੁਸਤ ਹੈ ਤੇ ਚਾਲੇ ਦੀ ਐਨ ਪੂਰਨ ਤਿਆਰੀ ਕਰ ਲਈ ਹੈ। ਸੁੰਦਰ ਸੁਰੰਗ ਸਜਿਓ ਸਯੰਦਨ ਪਜਰੀਦਾਰ। ਇਧਰ ਮਾਤਾ ਗੰਗਾ ਜੀ ਵਾਸਤੇ ਸੋਹਣਾ ਰਥ ਸਿੱਖਾਂ ਨੇ ਸਜਾਇਆ ਹੋਇਆ, ਪਾਲਕੀ ਜਿਵੇਂ ਰਥ ਉੱਪਰ ਹੈ ਉਹ ਸੋਹਣੀ ਲਾਲ ਸੂਹੇ ਬਸਤਰ ਦਾ, ਲਾਲ ਰੰਗ ਦਾ ਬਸਤਰ ਰਥ ਉੱਪਰ ਪਾਇਆ ਹੋਇਆ ਹੈ ਤੇ ਬੜਾ ਰਥ ਸਜ ਰਿਹਾ ਹੈ। ਊਰਧ ਉਤੰਗ ਦੁਆਇ ਕਲਸ ਚਾਮੀ ਕਰਕੇ। ਤੇ ਜਰੀਦਾਰ ਕਈ ਉਹਦੇ ਸੋਨੇ ਦੀਆਂ ਤਾਰਾਂ ਦੀ ਜਾਂ ਤਿੱਲੇ ਦੀ ਕਢਾਈ ਹੋਈ ਹੋਈ ਆ ਰਥ ਦੇ ਉੱਪਰ, ਜਿਹੜਾ ਲਾਲ ਸੂਹਾ ਬਸਤਰ ਹੈ
ਤੇ ਰਥ ਦੇ ਜਿਹੜੇ ਕਲਸੈਣਾ ਛੋਟੇ ਛੋਟੇ ਗੁੰਬਦ ਉਹ ਵੀ ਸੋਨੇ ਦੇ ਬਣੇ ਹੋਏ ਉੱਪਰ ਉੱਠੇ ਹਨ। ਚੰਚਲ ਤੁਰੰਗ ਬਾਲ ਸੰਗ ਪਰ ਅੰਗ ਜਿਨ ਤੇ ਜਿਹੜੇ ਘੋੜੇ ਲਾਏ ਐ ਰਥਾਂ ਦੇ ਅੱਗੇ ਉਹ ਵੀ ਬੜੇ ਚੰਚਲ ਹੈ, ਉਡੂ ਉਡੂ ਕਰਦੇ ਐ, ਬੜੇ ਬਲ ਦੇ ਨਾਲ ਭਰੇ ਆ, ਰੱਜੇ ਪੁੱਜੇ ਰਾਜੀ ਘੋੜੇ ਹਨ। ਘੁੰਗਰੂ ਕਮੰਕਤ ਸਜਾਏ ਬੀਚ ਗਾਰ ਤੇ ਕੇ ਘੁੰਗਰੂ ਚਮਕਦੇ ਆ, ਗਲਾਂ ਵਿੱਚ ਜਿਹੜੇ ਪਾਏ ਹੋਏ ਘੋੜਿਆਂ ਦੇ ਬਲਦਾਂ ਦੇ ਗਲਾਂ ਵਿੱਚ ਟੱਲੀਆਂ, ਸੋਨੇ ਦੇ ਘੋੜਿਆਂ ਦੇ ਗਲਾਂ ਵਿੱਚ ਸੋਨੇ ਦੇ ਪਾਏ ਘੁੰਗਰੂ ਛਣਕਦੇ ਆ, ਚਮਕਦੇ ਹਨ। ਝੂਲੇ ਸਾਥ ਜੋਰ ਕਰ ਹੇਰ ਕਛੂ ਤੋਰ ਕਰ ਘੋੜੇ ਰਥਾਂ ਅੱਗੇ ਪਾ ਲਏ ਆ ਤੇ ਗੱਡਿਆਂ ਦੇ ਅੱਗੇ ਜਿਹੜੇ ਬਲਦ ਆ ਉਹ ਜੂਲਿਆਂ ਦੇ ਉਹਨਾਂ ਦੇ ਮੋਢਿਆਂ ਉੱਪਰ ਲਿਜਾ ਜੂਲੇ ਰੱਖੇ ਆ ਗੱਡਿਆਂ ਦੇ, ਤੇ ਪੂਰੇ ਤਿਆਰ ਬਰ ਤਿਆਰ ਕਰ ਲਏ। ਸਿੱਖ ਤੋਰ ਤੋਰ ਕੇ ਵੇਖਦੇ ਹਨ। ਠੇਰੇ ਪੁਨ ਮੋਰ ਕਰ ਖਰੇਦਾਰ ਕਰ ਤੇ ਕੇ ਇਸ ਤਰ੍ਹਾਂ ਤੋਰ ਕੇ ਸਿੱਖ ਵੇਖ ਲੈਂਦੇ ਵੀ ਬਿਲਕੁਲ ਦਰੁਸਤ, ਬਿਲਕੁਲ ਜਿਹੜੇ ਵਾ ਉਹ ਠੀਕ ਚੱਲਦੇ ਗੱਡੇ ਤੇ ਰਥ। ਖਾਲੀਆਂ ਨੂੰ ਤੋਰ ਤੋਰ ਕੇ ਮੋੜ ਮੋੜ ਮਹਾਰਾਜ ਦੇ ਦਰਵਾਜ਼ੇ ਅੱਗੇ ਠੱਲੀ ਜਾਂਦੇ ਆ। ਸ਼੍ਰੀ ਹਰਗੋਬਿੰਦ ਨੰਦ ਲੈ ਕਰ ਉਛੰਗ ਗੰਗ ਇਧਰ ਧੰਨ ਧੰਨ ਮਾਤਾ ਗੰਗਾ ਜੀ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਨੂੰ ਕੁਛੜ ਲੈ ਕਰਕੇ ਤੇ ਰਥ ਵਿੱਚ ਜਾ ਚੜੇ ਹਨ। ਆਨੰਦ ਬਿਲੰਦ ਕਰ ਬੈਠੀ ਬੀਚ ਬਾਰ ਕੇ ਸ਼੍ਰੇਸ਼ਟ ਜਿਹੜਾ ਸੋਹਣਾ ਰਥ ਬਣਿਆ ਉਹਦੇ ਵਿੱਚ ਮਾਤਾ ਗੰਗਾ ਜੀ ਸਜ ਗਏ ਐ, ਤੇ ਝੋਲੀ ਦੇ ਵਿੱਚ 2 ਵਰਿਆਂ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਹਨ ਖੁਸ਼ੀ ਨਾਲ। ਪਾਲਕੀ ਅਰੂੜ ਭਏ ਗੁਰੂ ਗੁਣ ਗੁੜ ਮਹਾ ਤੇ ਮਹਾਨ ਗੂੜੇ ਗੁੱਝੇ ਗੁਣਾਂ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਜੀ ਪਾਲਕੀ ਵਿੱਚ ਅਸਵਾਰ ਹੋ ਗਏ ਐ। ਪੰਥ ਪ੍ਰਸਥਾਨੇ ਹਰ ਖਾਨੇਪੁਰ ਜਾਨ ਕੋ ਇਸ ਤਰ੍ਹਾਂ ਮਹਾਰਾਜ ਧੰਨ ਮਾਤਾ ਗੰਗਾ ਜੀ ਹਰਗੋਬਿੰਦ ਸਾਹਿਬ ਸਮੂਹ ਸਿੱਖ ਸੰਗਤਾਂ ਬੜੇ ਖੁਸ਼ ਹਨ ਤੇ ਵਡਾਲੀ ਨਗਰ ਤੋਂ ਚਾਲੇ ਪਾ ਦਿੱਤੇ ਐ, ਅੰਮ੍ਰਿਤਸਰ ਸਾਹਿਬ ਨੂੰ ਤੁਰੇ ਹਨ। ਨੰਦ ਮੁਖ ਚੰਦ ਦੇਖ ਗਮਨੈ ਸੋ ਮੰਦ ਮੰਦ ਇਸ ਤਰ੍ਹਾਂ ਹੌਲੀ ਹੌਲੀ ਘੋੜੇ ਤੁਰੇ ਜਾਂਦੇ ਐ, ਰਥ ਝੂਲੇ ਮਾਰਦਾ ਹੈ। ਉਸ ਸੋਹਣੇ ਰਥ ਦੇ ਵਿੱਚ ਧੰਨ ਧੰਨ ਮਾਤਾ ਗੰਗਾ ਜੀ, ਕੁਝ ਦਾਸੀਆਂ ਤੇ ਪਾਸ ਹਰਗੋਬਿੰਦ ਸਾਹਿਬ ਬੈਠੇ ਐ। ਮਾਤਾ ਜੀ ਸਦਕੇ ਜਾਂਦੇ ਐ ਆਪਣੇ ਸੋਹਣੇ ਪੁੱਤਰ ਨੂੰ ਵੇਖ ਵੇਖ ਕੇ। ਦਾਸੀ ਦਾਸ ਬ੍ਰਿੰਦ ਸਿੱਖ ਸੰਗਤਾਂ ਮਹਾਨ ਕੋ ਨਾਲ ਮਹਾਰਾਜ ਦੇ ਬੇਅੰਤ ਸਿੱਖ ਸੰਗਤਾਂ ਹਨ, ਬੜੀਆਂ ਦਾਸੀਆਂ ਸਿੱਖ ਹਨ, ਸੇਵਕ ਤੇ ਗੱਡੇ ਭਰੇ ਤੇ ਦੂਰ ਤੱਕ ਇਕੱਠ ਮਹਾਰਾਜ ਦੇ ਪਿੱਛੇ ਤੁਰਿਆ ਆਉਂਦਾ ਹੈ। ਰਾਮਦਾਸ ਨਗਰੀ ਮੈਂ ਜਾਏ ਕੈ ਪ੍ਰਵੇਸ਼ ਪਏ ਚੱਲਦੇ ਹੋਏ ਹੁਣ ਲਾਗੇ ਹੀ ਹੈ ਨਾ ਵਡਾਲੀ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਰਮਦਾਸਪੁਰਾ, ਤੇ ਚੱਲਦੇ ਚਲਾਉਂਦੇ ਕੁਝ ਸਮੇਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਨਗਰ ਵਿੱਚ ਜਾ ਪ੍ਰਵੇਸ਼ ਕੀਤਾ ਸੰਗਤਾਂ ਨੇ। ਬਾਦਿਤ ਅਸ਼ੇਸ਼ ਬਜਵਾਏ ਹਰ ਖਾਨ ਕੋ ਅੱਗੋਂ ਸੰਗਤਾਂ ਨੂੰ ਪਤਾ ਸੀ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ 3 ਵਰਿਆਂ ਬਾਅਦ ਮੁੜ ਕੇ ਆ ਰਹੇ ਆ ਇੱਥੇ ਅੰਮ੍ਰਿਤਸਰ ਸਾਹਿਬ, ਕਿਉਂਕਿ 3 ਸਾਲ ਮਹਾਰਾਜ ਜੀ ਵਡਾਲੀ ਰਹੇ ਸੀ। ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਤੋਂ ਕੋਈ 10-11 ਮਹੀਨੇ ਪਹਿਲਾਂ ਹੀ ਮਹਾਰਾਜ ਵਡਾਲੀ ਚਲੇ ਗਏ ਸਨ, ਜਿੱਦਣ ਬਾਬਾ ਬੁੱਢਾ ਸਾਹਿਬ ਜੀ ਦਾ ਵਰਦਾਨ ਤੇ ਸਰਾਪ ਕੋ ਦੋਵੇਂ ਹੀ ਹੋਏ ਆ। ਤੋ 3 ਵਰਿਆਂ ਬਾਅਦ ਸੱਚੇ ਪਾਤਸ਼ਾਹ ਜੀ ਆ ਰਹੇ ਆ। ਸੰਗਤਾਂ ਨੂੰ ਪਤਾ ਲੱਗਿਆ ਤੇ ਸ਼ਹਿਰ ਦੇ ਬਾਹਰ ਵੱਡੇ ਦਰਵਾਜ਼ਿਆਂ ਤੇ ਖੜ ਖੜ ਸੰਗਤਾਂ ਨੇ ਸੋਹਣੇ ਵਾਜੇ ਵਜਾਏ ਆ, ਖੁਸ਼ੀਆਂ ਦੇ ਗੀਤ ਤੇ ਮਹਾਰਾਜ ਦਾ ਬੜਾ ਨਿੱਘਾ ਸਵਾਗਤ ਕੀਤਾ ਹੈ। ਸਿੱਖ ਬੜੇ ਖੁਸ਼ ਅੰਮ੍ਰਿਤਸਰ ਵਾਲੇ। ਦੁੰਦਬ ਅਲਪ ਸ਼ੰਖ ਸ਼ੋਰ ਆਨ ਫੀਰ ਗਾਨ ਜਿਹੜੇ ਇਸ ਤਰ੍ਹਾਂ ਛੋਟੇ ਨਗਾਰੇ ਵੱਜਦੇ ਆ, ਢੋਲ ਵੱਜਦੇ ਆ, ਸ਼ੰਖ ਵੱਜਦੇ ਆ, ਨਫੀਰੀਆਂ ਤੇ ਬੜੇ ਤਰ੍ਹਾਂ ਦੀਆਂ ਮਿਰਦੰਗ ਢੋਲਕੀਆਂ, ਬੜੇ ਸਾਜ਼ ਮਹਾਰਾਜ ਦੇ ਆਉਣ ਦੀ ਖੁਸ਼ੀ ਵਿੱਚ ਵੱਜਦੇ ਹਨ। ਬਾਜਤ ਮ੍ਰਿਦੰਗ ਸੁਰ ਬਾਬੀ ਕਰੈ ਗਾਨ ਕੋ ਤੇ ਇੱਕ ਪਾਸੇ ਜਿਸ ਤਰ੍ਹਾਂ ਮਹਾਰਾਜ ਦਾ ਸਵਾਗਤ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਗੁਰੂ ਕੇ ਸਿੱਖ ਰਬਾਬੀ ਸਿੱਖ ਜਿਹੜੇ ਆ ਢੋਲਕੀ ਵਜਾ ਤੇ ਸਰੰਦੇ ਤੇ ਕੀਰਤਨ ਕਰਦੇ ਆ, ਸੱਚੇ ਪਾਤਸ਼ਾਹ ਜੀ ਦੇ ਸ਼ਬਦ ਗਾ ਰਹੇ ਹਨ। ਰਹੇ 3 ਸੰਮਤ ਵਡਾਲੀ ਗੁਰੂ ਮਹਾਰਾਜ ਕਿਉਂਕਿ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਨੂੰ ਖੁਸ਼ੀ ਬਹੁਤ ਹੈ। 3 ਸਾਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਇੱਕ ਵਾਰੀ ਵੀ ਨਹੀਂ ਆਏ। 3 ਸਾਲ ਮਹਾਰਾਜ ਵਡਾਲੀ ਵਿੱਚ ਰਹੇ ਹੋਣ ਕਰਕੇ ਸੰਗਤਾਂ ਉਧਰੀਆਂ ਮਹਾਰਾਜ ਦੇ ਨਿਤਾ ਦਰਸ਼ਨਾਂ ਤੋਂ ਤੇ ਆਇਆਂ ਕਰਕੇ ਬੜੇ ਖੁਸ਼ ਹੋ ਰਹੇ ਹਨ। ਸਗਰੇ ਸਮਾਜ ਸਾਜ ਪੂਰੇ ਨੇ ਜੋ ਆਏਂਗੇ। ਉਹ ਇਸ ਤਰ੍ਹਾਂ ਫਿਰ ਸਾਰੇ ਸਾਜੋ ਸਮਾਜ ਦੇ ਸਮੇਤ ਧੰਨ ਸੱਚੇ ਪਾਤਸ਼ਾਹ ਜੀ ਆਪਣੇ ਘਰ ਵਿੱਚ ਆਏ।
ਆਪਣੀ ਵਸਾਈ ਪਿਤਾ ਗੁਰੂ ਰਾਮਦਾਸ ਮਹਾਰਾਜ ਦੇ ਵਸਾਏ ਹੋਏ ਸ਼ਹਿਰ ਗੁਰੂ ਕੇ ਚੱਕ ਰਮਦਾਸਪੁਰ ਅਜੋਕੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਏ ਹਨ। ਲੋਕ ਸਮੁਦਾਇ ਗੁਰ ਆਗਮ ਕੋ ਸੁਨ ਤੇ ਪਾਏ। ਸਾਰੇ ਜਿੱਥੇ ਜਿੱਥੇ ਵੀ ਪਤਾ ਲੱਗਦਾ ਹੈ ਨਾ ਅੰਮ੍ਰਿਤਸਰ ਵਾਸੀਆਂ ਨੂੰ, ਸੰਗਤਾਂ ਨੂੰ, ਵੀ ਗੁਰੂ ਅਰਜਨ ਦੇਵ ਮਹਾਰਾਜ ਵਾਪਸ ਫਿਰ ਮੁੜ ਆਏ ਹਨ। ਭਏ ਇੱਕ ਥਾਂ ਸਭ ਹੀ ਕੈ ਮੋਦ ਤੇ ਛਾਏਗੇ। ਸਾਰਿਆਂ ਦੇ ਸੁਣਦਿਆਂ ਸਾਰੀ ਮਨ ਵਿੱਚ ਬੜਾ ਆਨੰਦ ਖਿੜ ਜਾਂਦਾ, ਖੁਸ਼ੀ ਉੱਠਦੀ ਹੈ। ਦੌੜੇ ਦੌੜੇ ਮਹਾਰਾਜ ਦੇ ਪਾਸ ਜਿੱਥੇ ਸਤਿਗੁਰੂ ਆ ਰਹੇ ਹੈ, ਇੱਕੇ ਥਾਂ ਬੜਾ ਭਾਰੀ ਇਕੱਠ ਮੇਲਾ, ਸਾਰਾ ਸ਼ਹਿਰ ਇਕੱਠਾ ਹੋਇਆ ਹੈ। ਆਏ ਅਗਵਾਏ ਤਾਏ ਮੇਲੇ ਚਿੱਤ ਚਾਏ ਤੇ ਚਾਏ। ਅੱਗੋਂ ਆ ਕੇ ਸੰਗਤਾਂ ਮਹਾਰਾਜ ਨੂੰ ਚਾਅ ਚਾਅ ਨਾਲ ਮਿਲਦੀਆਂ, ਜੀਓ ਆਖਦੀਆਂ, ਮਹਾਰਾਜ ਦਾ ਧੰਨਵਾਦ ਕਰਦੀਆਂ ਹਨ। ਸ਼ਬਦ ਸੁਗਾਏ ਗਾਏ ਪ੍ਰੇਮ ਓਮ ਗਾਏਗੇ। ਨਾਲੇ ਸ਼ਬਦ ਗਾਉਂਦੀਆਂ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਪਰਥਾਏ ਹਮ ਘਰ ਸਾਜਣ ਆਏ। ਇਸ ਤਰ੍ਹਾਂ ਦੇ ਸ਼ਬਦ ਗਾ ਗਾ ਕੇ ਸੰਗਤਾਂ ਨਿਹਾਲ ਹੁੰਦੀਆਂ ਤੇ ਮਹਾਰਾਜ ਦੇ ਆਉਣ ਦੀ ਖੁਸ਼ੀ ਜ਼ਾਹਰ ਕਰਦੀਆਂ ਹਨ, ਪ੍ਰੇਮ ਕਰਦੀਆਂ ਨੇ। ਭੇਟ ਆਰ ਪਾਏ ਅਰਦਾਸਨ ਸੁਨਾਏ ਕਰ। ਤੇ ਭੇਟਾਵਾਂ ਲੈ ਲੈ ਕੇ ਘਰਾਂ ਚੋਂ ਯਥਾ ਸ਼ਕਤ ਸੰਗਤਾਂ ਮਹਾਰਾਜ ਦੇ ਦਰਸ਼ਨਾਂ ਨੂੰ ਆਉਂਦੀਆਂ, ਭੇਟਾਵਾਂ ਦੇ ਕੇ ਮਹਾਰਾਜ ਦੇ ਚਰਨੀ ਤੇ ਅਰਦਾਸ ਬੇਨਤੀ ਕਰਦੇ ਕਰਵਾਉਂਦੇ ਆ। ਸੀਸ ਕੋ ਨਿਵਾਏ ਕਰ ਗੁਰੂ ਪਾਗ ਲਾਏਗੇ। ਤੇ ਸਤਿਗੁਰਾਂ ਦੇ ਚਰਨੀ ਸਿਰ ਝੁਕਾਉਂਦੇ ਆ, ਮਹਾਰਾਜ ਦੇ ਚਰਨਾਂ ਤੇ ਸੀਸ ਲਾ ਲਾ ਕੇ ਮਹਾਰਾਜ ਦੇ ਦਰਸ਼ਨ ਕਰਦੇ ਆ। ਸੱਚੇ ਪਾਤਸ਼ਾਹ ਦੇ ਅੱਗੇ ਸੀਸ ਚਰਨਾਂ ਤੇ ਝੁਕਾ ਕੇ ਤੇ ਮਹਾਰਾਜ ਨੂੰ ਨਮਸਕਾਰਾਂ ਕਰਦੇ ਹਨ। ਦੇਤ ਹੈ ਬਧਾਈ ਪੂਰੀ ਆਪਣੀ ਸੁਹਾਈ। ਤੇ ਆਖਦੇ ਆ ਮਹਾਰਾਜ ਤੁਹਾਨੂੰ ਵਧਾਈਆਂ ਹੋਣ, ਮਹਾਰਾਜ ਮੁੜ ਇੱਥੇ ਅੰਮ੍ਰਿਤਸਰ ਆਪਣੇ ਸ਼ਹਿਰ ਵਿੱਚ ਆਉਣ ਦਿਆਂ। ਸੱਚੇ ਪਾਤਸ਼ਾਹ ਜੀ ਤੁਹਾਡੀ ਆਪਣੀ ਵਸਾਈ ਹੋਈ ਪੁਰੀ ਹੈ, ਤੁਹਾਡਾ ਆਪਣਾ ਜਿਹੜਾ ਅੰਮ੍ਰਿਤ ਦਾ ਘਰ ਅੰਮ੍ਰਿਤਸਰ ਨਗਰ ਪਵਿੱਤਰ ਹੈ। ਬਸ ਪੁੱਤਰ ਕੇ ਸਮੇਤ ਨਿਤ ਦਰਸ ਕੋ ਦੀਜੀਏ। ਤੇ ਮਹਾਰਾਜ ਉਹ ਗਏ, ਤੁਸੀਂ 2 ਜਣੇ ਸੀਗੇ, ਧੰਨ ਮਾਤਾ ਤੇ ਗੰਗਾ ਜੀ, ਤੇ ਵਧਾਈਆਂ ਸੱਚੇ ਪਾਤਸ਼ਾਹ ਜੀ, 3 ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਤ ਤੁਸੀਂ ਨਗਰ ਵਿੱਚ ਦੁਬਾਰਾ ਚਰਨ ਪਾਏ ਹੈ। ਸਤਿਗੁਰੂ ਤੁਹਾਨੂੰ ਵਧਾਈਆਂ ਹੋਣ। ਤੇ ਨਾਲ ਮਹਾਰਾਜ ਇਹ ਸਾਡੀ ਸਦਾ ਹੀ ਅਰਦਾਸ ਬੇਨਤੀ ਵੀ ਆਪ ਸਦਾ ਹੁਣ ਅੰਮ੍ਰਿਤਸਰ ਸਾਹਿਬ ਰਹੋ। ਤੇ ਅੱਗੇ ਮਾਤਾ ਗੰਗਾ ਤੇ ਤੁਹਾਡੇ ਦਰਸ਼ਨ ਹੁੰਦੇ ਸਨ, ਹੁਣ ਸੱਚੇ ਪਾਤਸ਼ਾਹ ਜੀ ਤੁਸੀਂ ਹਰਗੋਬਿੰਦ ਸਾਹਿਬ ਆਪਣੇ ਸਾਹਿਬਜ਼ਾਦੇ ਸਮੇਤ ਸਾਨੂੰ ਸਭ ਨੂੰ ਦਰਸ਼ਨ ਦੇ ਦੇ ਕੇ ਨਿਹਾਲ ਕਰੋ। ਲੇਕਰ ਸਿਧਾਰੇ ਸੰਗ ਸਦਨ ਸੁਰੰਗ ਜਾਹਾਂ। ਤੇ ਇਸ ਤਰ੍ਹਾਂ ਸੰਗਤਾਂ ਨਾਲ ਲੈ ਕਰਕੇ ਮਹਾਰਾਜ ਨੂੰ ਚੱਲੇ ਜਿੱਥੇ ਸੋਹਣੇ ਸੱਚੇ ਪਾਤਸ਼ਾਹ ਦਾ ਗੁਰੂ ਕੇ ਮਹਿਲ ਨਾਵੇਂ ਸਥਾਨ ਹੈ। ਹਾਥ ਜੋੜ ਕਾਹੈ ਇਹਾਂ ਸੁਖ ਸੋ ਬਸੀਜੀਏ। ਤੇ ਹੱਥ ਜੋੜ ਜੋੜ ਕੇ ਸਿੱਖ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਆ ਤੁਹਾਡੇ ਗੁਰੂ ਕੇ ਮਹਿਲ ਨਾਵੇਂ ਸਥਾਨ ਹੈ, ਹਜ਼ੂਰ ਇੱਥੇ ਆਪ ਜੀ ਬੜੇ ਸੁਖ ਨਾਲ ਰਹੋ, ਤੁਹਾਡਾ ਪਾਵਨ ਅਸਥਾਨ ਹੈ, ਤੁਹਾਡਾ ਘਰ ਹੈ। ਸ਼੍ਰੀ ਹਰਗੋਬਿੰਦ ਨੰਦ ਹੇਰਤ ਉਛੰਗ ਗੰਗ। ਇਧਰ ਧੰਨ ਮਾਤਾ ਜੀ, ਮਾਤਾ ਗੰਗਾ ਸਾਹਿਬ ਜੀ ਸੋ ਵੇਖ ਵੇਖ ਕੇ ਨਾ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤੇ ਵਾਰੇ ਵਾਰੇ ਸਦਕੇ ਜਾਂਦੇ, ਖੁਸ਼ ਵੀ ਹੁੰਦੇ ਆ ਵੀ ਚਲੋ ਵਡਾਲੀ ਤੋਂ ਆ ਗਏ ਤੇ ਹੁਣ ਸ਼ਾਇਦ ਕੋਈ ਉਹੋ ਜਿਹੀ ਘਟਨਾ ਸਾਡੇ ਪੁੱਤਰ ਦੇ ਨਾਲ ਨਾ ਘਟੇਗੀ, ਤੇ ਨਾਲੇ ਖੁਸ਼ ਹੁੰਦੇ ਹਨ। ਸਯੰਦਨ ਤੇ ਉਤਰੀ ਸੁਨਾਰੀ ਕਾਹੈ ਜੀਜੀਏ। ਤੇ ਕੁਛੜ ਚੁੱਕਿਆ ਹੋਇਆ ਹਰਗੋਬਿੰਦ ਸਾਹਿਬ ਮਹਾਰਾਜ 2 ਵਰਿਆਂ ਦੇ, ਮਾਤਾ ਗੰਗਾ ਜੀ ਰਥ ਤੋਂ ਜਦ ਹੀ ਉਤਰੇ ਥੱਲੇ ਸਾਹਮਣੇ ਸਾਰੇ ਨਗਰ ਦੀਆਂ ਮਾਈਆਂ ਇਕੱਠੀਆਂ ਹੋਈਆਂ। ਮਾਤਾ ਗੰਗਾ ਜੀ ਨੂੰ ਸਾਰੀਆਂ ਨੇ ਜੀਓ ਆਇਆ ਆਖਿਆ ਮਾਤਾ ਜੀ ਆਪ ਤੇ ਤੁਹਾਡੇ ਸਾਹਿਬਜ਼ਾਦੇ ਜੁਗ ਜੁਗ ਜਿਉਂਦੇ ਰਹੋ, ਲੰਮੀਆਂ ਉਮਰਾਂ ਮਾਣੋ। ਬਜ਼ੁਰਗ ਮਾਈਆਂ ਨੇ ਸਿਰ ਤੇ ਹੱਥ ਰੱਖ ਰੱਖ ਕੇ ਅਸੀਸਾਂ ਦਿੱਤੀਆਂ ਹਨ। ਸਦਾ ਮੋਦ ਕੀਜੀਏ ਸੋ ਨਗਰੀ ਬਿਰੀਜੀਏ। ਹਾਂ ਮਾਤਾ ਜੀ ਸਦਾ ਆਨੰਦ ਕਰੋ, ਇੱਥੇ ਆਪ ਜੀ ਦੀ ਨਗਰੀ ਹੈ, ਆਪ ਜੀ ਦੇ ਘਰ ਵਿੱਚ ਹੁਣ ਨਾ ਕਿਤੇ ਜਾਣਾ, ਇੱਥੇ ਹੀ ਨਗਰ ਵਿੱਚ ਰਹਿ ਕੇ ਇਹਨੂੰ ਭਾਗ ਲਾਓ, ਸਾਨੂੰ ਦਰਸ਼ਨ ਬਖਸ਼ੋ, ਇਹ ਤੁਹਾਡਾ ਨਗਰ ਹੈ, ਇੱਥੇ ਹੀ ਰਹਿ ਕੇ ਆਨੰਦ ਮਾਣੋ ਜੀ। ਉਪਾਇ ਨ ਕੋ ਲੀਜੀਏ ਹਮਾਰੇ ਪੈ ਪ੍ਰਸੀਜੀਏ। ਤੇ ਆਹ ਮਾਤਾਵਾਂ ਫਿਰ ਉਹ ਦਿੰਦੀਆਂ ਹਨ ਜਿਹੜੀਆਂ ਉਪਾਇਨ ਕੁਝ ਨਾ ਕੁਝ ਭੇਟਾਵਾਂ ਯਥਾ ਸ਼ਕਤ, ਤੋ ਅੱਗੇ ਕਰ ਕਰਕੇ ਲਓ ਮਾਤਾ ਜੀ ਆ ਤੁਹਾਡੇ ਦਰਸ਼ਨਾਂ ਦੀ ਭੇਟਾ ਲਓ, ਤੇ ਸਾਡੇ ਤੇ ਸਦਾ ਖੁਸ਼ੀ ਕਰਦੇ ਰਹਿਣਾ, ਸਾਡੇ ਤੇ ਸਦਾ ਹੀ ਤੁਸੀਂ ਪ੍ਰਸੰਨ ਰਹਿਣਾ ਹੈ। ਸਦਨ ਸਮਾਜ ਕੋ ਸੰਭਾਰ ਕੈ ਉਤਾਰ ਕਰ। ਇਧਰ ਫਿਰ ਜਿਹੜਾ ਸਮਾਨ ਆਇਆ ਹੋਇਆ ਸੀ ਉੱਥੋਂ ਵਡਾਲੀਓਂ ਲੱਦਿਆ ਹੋਇਆ ਗੁਰੂ ਘਰ ਦਾ,
ਉਹ ਸਿੱਖਾਂ ਨੇ ਸਾਰਾ ਸਮਾਨ ਸੰਭਾਲ ਕੇ ਉਤਾਰਿਆ। ਵੇਖ ਵੇਖ ਕੇ ਧਿਆਨ ਦੇ ਨਾਲ ਭਾਂਡਾ ਛੰਨਾ ਸਾਰਾ ਕੜਾਈ ਲੰਗਰ ਦੇ ਬਸਤਰ ਮਹਾਰਾਜ ਦੇ ਘਰ ਦੇ ਸੰਭਾਲ ਸੰਭਾਲ ਕੇ ਉਤਾਰ ਕੇ ਰੱਖ ਦਿੱਤੇ ਐ। ਪੀਤਾ ਕੇ ਸਥਾਨ ਪੁਨ ਗੁਰੂ ਨੇ ਗਮਨ ਕੀਨ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਗੁਰੂ ਕੇ ਮਹਿਲ ਨਾਵੇਂ ਸਥਾਨ ਦੇ ਅੰਦਰ ਜਾਣ ਤੋਂ ਪਹਿਲਾਂ, ਇੱਥੇ ਰਿਹਾਇਸ਼ ਸੀ ਮਹਾਰਾਜ ਦੀ, ਤੇ ਜਾਣ ਤੋਂ ਪਹਿਲਾਂ ਮਹਾਰਾਜ ਨੇ ਵਿਚਾਰ ਕੀਤਾ ਵੀ ਪਹਿਲਾਂ ਅਸੀਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਭਾਵ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਂਗੇ, ਤੇ ਤਿਆਰਾ ਕੀਤਾ ਜਾਣ ਵਾਸਤੇ। ਚਰਨ ਨਗਨ ਕਾਰ ਸਗੰਗ ਲੈ ਉਛੰਗ ਨੰਦ। ਤੇ ਸੱਚੇ ਪਾਤਸ਼ਾਹ ਜੀ ਨੰਗੇ ਪੈਰੀ ਤੁਰੇ ਤੇ ਮਗਰੇ ਹੀ ਧੰਨ ਮਾਤਾ ਗੰਗਾ ਜੀ ਨਾਲ ਹੀ ਤੁਰ ਪਏ ਐ, ਕੁਛੜ ਚੁੱਕ ਕੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਤੇ ਧੰਨ ਮਾਤਾ ਗੰਗਾ ਜੀ ਨੰਗੇ ਪੈਰ ਤੁਰੇ ਐ। ਤੇ ਇਧਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵੀ ਤੇ ਨੰਗੇ ਚਰਨਾਂ ਦੇ ਨਾਲ ਦਰਸ਼ਨ ਕਰਨ ਵਾਸਤੇ ਚੱਲੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਸਥਾਨ ਤੇ। ਗਮਨੀ ਹੈ ਸੰਗ ਬਾਹ ਉੱਤਮ ਪ੍ਰਸਾਦ ਲੀਨ। ਤੇ ਕਾਫੀ ਖੁੱਲੀ ਮਾਤਰਾ ਵਿੱਚ ਸ਼੍ਰੇਸ਼ਟ ਪ੍ਰਸਾਦ ਕੜਾ ਪ੍ਰਸਾਦੀ ਦੇਗ ਕਰਾ ਕੇ ਮਾਤਾ ਗੰਗਾ ਜੀ ਨਾਲ ਚੱਲੇ ਐ ਮਹਾਰਾਜ ਦੇ ਘਰ ਦੇ ਦਰਸ਼ਨ ਕਰਨ ਹਰਿਮੰਦਰ ਸਾਹਿਬ ਦੇ। ਗਏ ਤਾਬ ਹਾਥ ਬੰਦ ਬੰਦਨਾ ਕਰੀ ਹੈ ਤਾਹ। ਤੋ ਸਤਿਗੁਰੂ ਔਰ ਧੰਨ ਮਾਤਾ ਗੰਗਾ ਜੀ ਧੰਨ ਸਾਹਿਬਜ਼ਾਦਾ ਸ਼੍ਰੀ ਹਰਗੋਬਿੰਦ ਸਾਹਿਬ ਸਾਰੇ ਗਏ ਤੇ ਸਭ ਪਰਿਵਾਰ ਨੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਹੱਥ ਜੋੜ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਧਿਆਨ ਧਰ ਕੇ ਨਮਸਕਾਰ ਕੀਤੀ, ਮੱਥੇ ਟੇਕੇ ਅਰਜ ਗੁਜ਼ਾਰ ਕੈ ਪ੍ਰਸਾਦ ਕੋ ਵਰਤਾਏ ਦੀਨ। ਤੇ ਅਰਦਾਸ ਬੇਨਤੀ ਕਰਕੇ ਫਿਰ ਸਭ ਪ੍ਰਸਾਦ ਜਿਹੜਾ ਕੜਾ ਪ੍ਰਸਾਦ ਵਰਤਾ ਦਿੱਤਾ ਹੈ। ਫਿਰ ਹੈ ਪ੍ਰਕਾਰ ਮਾ ਤੀਨ ਆਦਿਕ ਅਧੀਨ। ਤੇ ਤਿੰਨ ਪ੍ਰਕਰਮਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕੀਤੀਆਂ ਹਨ। ਤਿੰਨ ਪ੍ਰਕਰਮਾਂ ਗੁਰੂ ਗਰੀਬ ਨਵਾਜ ਨੇ ਕਰਨ ਤੋਂ ਬਾਅਦ ਅਦਕ ਅਧੀਨ ਹੋਏ। ਬਹੁਤੇ ਹੀ ਆਏ ਨਿਮਾਣੇ ਨਿਮਰਤਾ ਸਹਿਤ ਹੋ ਕਰਕੇ ਹਜ਼ੂਰ ਨੇ ਤਿੰਨ ਪ੍ਰਕਰਮਾਂ ਹਰਿਮੰਦਰ ਸਾਹਿਬ ਦੇ ਅੰਦਰਲੀਆਂ ਜਿਹੜੀਆਂ ਉਹ ਕੀਤੀਆਂ ਹਨ। ਕੁਛ ਕ ਅਸੀਨ ਪੁਨ ਬੰਦਤ ਸੋ ਮਨ ਦੀਨ। ਤੇ ਕੁਝ ਕੁ ਸਮਾਂ ਮਨ ਦੀਨ ਕਰਕੇ ਮਨ ਇਕਾਗਰ ਕਰਕੇ ਭਾਵ ਨਿਮਰਤਾ ਸਹਿਤ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਹਰਿਮੰਦਰ ਸਾਹਿਬ ਵਿੱਚ ਅੱਖਾਂ ਨੇਤਰ ਬੰਦ ਕਰਕੇ ਬੈਠੇ ਰਹੇ ਐ। ਤੈਸੀ ਬੇਦ ਗੰਗ ਸੁਤ ਸੰਗ ਲੈ ਕਰਤ ਪਈ। ਜਿਵੇਂ ਮਹਾਰਾਜ ਜੀ ਕਰ ਰਹੇ ਆ ਧੰਨ ਮਾਤਾ ਗੰਗਾ ਜੀ ਵੀ ਉਸੇ ਤਰ੍ਹਾਂ ਦਰਸ਼ਨ ਦੀਦਾਰ ਕਰਦੇ ਆ, ਨੇਤਰ ਬੰਦ ਕਰਕੇ ਹਰਗੋਬਿੰਦ ਸਾਹਿਬ ਜੀ ਵੀ ਬੈਠੇ ਹੋਏ ਆ। ਸਭ ਪਰਿਵਾਰ ਗੁਰੂ ਰਾਮਦਾਸ ਮਹਾਰਾਜ ਦਾ ਧਿਆਨ ਧਰਦਾ ਹਰਿਮੰਦਰ ਸਾਹਿਬ ਵਿੱਚ ਬੈਠ ਕਰਕੇ। ਪੂਜ ਗੁਰੂ ਥਾਨ ਕੋ ਸਦਨ ਪੁਨ ਆਏ ਕੈ। ਇਸ ਤਰ੍ਹਾਂ ਇਹ ਤਿੰਨੇ ਮਹਾਰਾਜ ਸਮੇਤ ਗੁਰੂ ਮਾਤਾ ਗੰਗਾ ਜੀ ਹਰਗੋਬਿੰਦ ਸਾਹਿਬ ਸਭ ਪਰਿਵਾਰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਗੁਰੂ ਕੇ ਮਹਿਲ ਨਾਵੇਂ ਸਥਾਨ ਤੇ ਵਾਪਸ ਆ ਗਏ ਹੈ। ਜਗਤ ਮਰਜਾਦ ਹੇਤ ਬਾਹਰ ਵਿਚਾਇ ਔਰ। ਤੇ ਫੇਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹੁਣ ਖਾਲਸਾ ਦੀ ਮਰਿਆਦਾ ਪੁਰਸ਼ੋਤਮ ਹੈ ਸੱਚੇ ਪਾਤਸ਼ਾਹ ਜੀ ਜਿਹੜੇ ਅਵਤਾਰੀ ਪੁਰਸ਼ ਹੁੰਦੇ ਆ ਉਹ ਜਗ ਦੀ ਮਰਿਆਦਾ ਦਾ ਉਲੰਘਣ ਨਹੀਂ ਕਦੇ ਕਰਦੇ। ਤੇ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤਾਂ ਮਰਿਆਦਾ ਦੀ ਮੂਰਤ ਹੈ, ਮਰਿਆਦਾ ਪੁਰਸ਼ੋਤਮ ਸੱਚੇ ਪਾਤਸ਼ਾਹ ਜੀ। ਹਿਰਦੇ ਵਿੱਚ ਵਿਚਾਰ ਕੀਤੀ ਹਜ਼ੂਰ ਨੇ ਸੰਸਾਰ ਦੀ ਮਰਿਆਦਾ ਵੀ ਪੂਰੀ ਕੀਤੀ ਜਾਵੇ। ਜੇਠੋ ਹੈ ਸਹੋਦਰ ਸਮੀਪ ਮਿਲ ਜਾਏ ਕੈ। ਉਹ ਕੀ ਸੋਚੇ ਮਹਾਰਾਜ ਨੇ ਵਿਚਾਰ ਕੀਤੀ ਵੀ ਚਲੋ ਪ੍ਰਿਥੀ ਚੰਦ ਹੈ ਤਾਂ ਖੋਟਾ ਹੀ ਪੁੱਤਰ, ਸਾਡੇ ਨੂੰ ਮਾਰਨ ਦੀ ਬੜੀ ਵਾਰੀ ਇਹਨੇ ਕੋਸ਼ਿਸ਼ ਕੀਤੀ, ਚਾਲਾਂ ਚੱਲੀਆਂ, ਪਰ ਹੈ ਫਿਰ ਵੀ ਚਲੋ ਸਾਡੇ ਪਿਤਾ ਦਾ ਵੱਡਾ ਸਾਹਿਬਜ਼ਾਦਾ, ਸਾਡਾ ਵੱਡਾ ਭਾਈ ਹੈ। ਤੇ ਸੰਸਾਰ ਦੇ ਵਿੱਚ ਮਰਿਆਦਾ ਵੀ ਵੱਡਿਆਂ ਦੇ ਹਮੇਸ਼ਾ ਝੁੱਕ ਕੇ ਨੀਵੀਂ ਹੋ ਕੇ ਪੈਰੀਂ ਪਈਦਾ। ਤੇ ਫਿਰ ਸਾਡੇ ਵੱਡੇ ਭਰਾ ਨੇ ਤੇ ਵਿਚਾਰ ਕੀਤੀ ਵੀ ਚਲੋ ਆਏ ਹਾਂ 3 ਸਾਲਾਂ ਬਾਅਦ ਤੇ ਚਲੋ ਇਕੱਠੇ ਇੱਕੋ ਮਾਤਾ ਦੇ ਉਦਰ ਚੋਂ ਪੈਦਾ ਹੋਏ ਹਾਂ, ਇਕੱਠੇ ਖੇਡਦੇ ਰਹੇ, ਕੀ ਹੋਇਆ ਸਮੇਂ ਕਰਕੇ ਵਕਫਾ। ਪ੍ਰਿਥੀ ਚੰਦ ਨੇ ਮਨ 'ਚ ਜ਼ਹਿਰ ਆਪਦੇ ਭਰ ਕੇ ਸਾਡੇ ਨਾਲ ਵਿਗਾੜ ਪਾ ਲਿਆ ਹੈ। ਤੇ ਚਲੀਏ ਹੁਣ ਪ੍ਰਿਥੀ ਚੰਦ ਦੇ ਵੀ ਵੱਡੇ ਭਰਾ ਹੋਣ ਕਰਕੇ ਦਰਸ਼ਨ ਕਰ ਆਈਏ। ਮਧੁਰ ਪ੍ਰਸਾਦ ਲੀਨ ਹਿਰਦੈ ਆਹਲਾਦ ਹਿਤ। ਤੇ ਵੇਖੋ ਸਾਧ ਸੰਗਤ ਦੀ ਫਿਰ ਮਹਾਰਾਜ ਵੱਡੇ ਆ ਨਾ ਪ੍ਰਿਥੀ ਚੰਦ ਜੀ, ਤੇ ਬਾਬਾ ਪ੍ਰਿਥੀ ਚੰਦ ਦੇ ਦਰਸ਼ਨ ਕਰਨ ਗਏ ਤੇ ਫਿਰ ਖਾਲੀ ਹੱਥ ਨਹੀਂ ਗਏ। ਖੁੱਲਾ ਮਿੱਠਾ ਪ੍ਰਸ਼ਾਦ ਕੜਾ ਪ੍ਰਸ਼ਾਦ ਦਾ ਦੇਗ ਜਿਹੜੀ ਆ ਸਜਾ ਕੇ ਤਿਆਰ ਕਰ ਲਈ, ਨਾਲ ਲੈ ਲਈ ਹੈ। ਗੋਪ ਬਾਦ ਠਾਨਨ ਹੈ ਐਸੇ ਚਿਤ ਲਿਆਏ ਕੈ। ਤੇ ਮਨ ਵਿੱਚ ਵਿਚਾਰ ਕੀਤੀ ਵੀ ਚਲੋ ਖਾਲੀ ਹੱਥ ਕੀ ਜਾਣਾ,
ਵੀ ਐਵੇਂ ਆਪਦਾ ਮਨ ਸਾੜੇਗਾ ਪ੍ਰਿਥੀ ਚੰਦ ਸਾਨੂੰ ਵੇਖ ਕੇ। ਚਲੋ ਆ ਮਿੱਠਾ ਪ੍ਰਸ਼ਾਦ ਲੈ ਜਾਂਦੇ ਆ ਤੇ ਬੈਠ ਕੇ ਚਲੋ ਬਚਨ ਬਿਲਾਸ ਕਰਾਂਗੇ, ਉਹਦਾ ਹਿਰਦਾ ਸ਼ਾਂਤ ਹੋ ਜਾਵੇਗਾ। ਇਹ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ। ਮਹਾਰਾਜ ਜੀ ਖਾਲਸਾ ਜੀ ਵੈਰੀ ਦਾ ਵੀ ਭਲਾ ਬਣਾਉਣ ਵਾਲੇ ਦੀਨਾ ਬੰਧੂ। ਤੇ ਸੱਚੇ ਪਾਤਸ਼ਾਹ ਜੀ ਨਾਲ ਕੜਾਹ ਪ੍ਰਸ਼ਾਦੀ ਦੇਗ ਲੈ ਕੇ ਤੇ ਬਾਬਾ ਪ੍ਰਿਥੀ ਚੰਦ ਨੂੰ ਮਿਲਣ ਵਾਸਤੇ ਚੱਲੇ ਆ। ਵਿਚਾਰਿਆ ਵੀ ਐਵੇਂ ਜੇ ਨਾ ਮਿਲਿਆ ਤੇ ਮਨ ਵਿੱਚ ਐਵੇਂ ਬੁੜ ਕਰੇਗਾ, ਹਿਰਦਾ ਸੜੇਗਾ ਉਹਦਾ ਵਿਚਾਰੇ ਦਾ, ਫਿਰ ਵੱਡਾ ਭਾਈ ਹੈ। ਤੇ ਗਏ ਮਿਲਣ ਵਾਸਤੇ। ਚੱਲੇ ਹਰ ਖਾਏ ਕੈ ਸੁਦਾਸ ਸਮੁਦਾਇ ਕੈ। ਤੇ ਇਸ ਤਰ੍ਹਾਂ ਬਹੁਤ ਖੁਸ਼ ਹੋ ਕਰਕੇ ਨਾ ਤੇ ਸਾਰੇ ਦਾਸਾਂ ਨੂੰ ਨਾਲ ਲੈ ਕਰਕੇ ਚੱਲੇ ਹਨ। ਉਪਾਏ ਨ ਉਠਾਏ ਕੇ ਜਿਠਾਏ ਤਾਰ ਖਾਏ ਕੈ। ਤੇ ਬਹੁਤ ਉਪਾਏ ਨਾਲ ਜਿਹੜੀਆਂ ਭੇਟਾਵਾਂ, ਬਸਤਰ, ਗਹਿਣੇ, ਕੁਝ ਮਾਇਆ, ਕੁਝ ਫਲ ਆਦਿਕ ਤੇ ਮਿੱਠੀਆਂ ਮਠਾਈਆਂ ਉਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਮੰਗਵਾ ਕੇ ਤੇ ਆਪਣੇ ਨਾਲ ਸਿੱਖਾਂ ਨੂੰ ਚੁਕਵਾ ਦਿੱਤੀਆਂ, ਦਾਸਾਂ ਨੂੰ ਚੁਕਵਾ ਕੇ ਤੇ ਆਪਣੇ ਵੱਡੇ ਭਰਾਤਾ ਦੀ ਵਡਿਆਈ ਵਾਸਤੇ ਵੀ ਇਹਦੀ ਵਡਿਆਈ ਪ੍ਰਿਥੀ ਚੰਦ ਦੀ ਬਣੀ ਰਵੇ ਸਾਰਿਆਂ ਸਿੱਖਾਂ ਸੰਗਤਾਂ ਵਿੱਚ। ਤੇ ਚੱਲੇ ਆ ਮਹਾਰਾਜ। ਪ੍ਰਿਥੀ ਏਕੇ ਪਾਸ ਜਾਏ ਬੰਧਨ ਕਰੀ ਹੈ ਪਾਏ। ਪ੍ਰਿਥੀ ਚੰਦ ਦੇ ਘਰ ਗਏ ਸੱਚੇ ਪਾਤਸ਼ਾਹ ਜੀ। ਜਾ ਕੇ ਬਾਬਾ ਪ੍ਰਿਥੀ ਚੰਦ ਨੂੰ ਹੱਥ ਜੋੜ ਕਰਕੇ ਤੇ ਨਮਸਕਾਰ ਕੀਤੀ ਹੈ ਚਰਨਾਂ ਤੇ। ਆਏ ਸੋ ਕੋ ਪਾਏ ਬੈਠੇ ਰਾਖ ਕੈ ਜਿਠਾਈ ਕੋ। ਤੇ ਪ੍ਰਿਥੀ ਚੰਦ ਦੀ ਵਡਿਆਈ ਰੱਖਣ ਵਾਸਤੇ ਉਹਦੀ ਜਿਹੜੀ ਵਡੌਤ ਬਣੀ ਰਵੇ ਸਭ ਦੇ ਵਿੱਚ। ਤੇ ਜਦੋਂ ਪ੍ਰਿਥੀ ਚੰਦ ਨੇ ਆਗਿਆ ਕੀਤੀ ਹਾਂ ਭਰਾਤਾ ਜੀ ਬਹਿ ਜਾਓ, ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੈਠੇ ਹਨ। ਗੰਗਾ ਮਰੇ ਬੋਲ ਮਿਲੀ ਹੈ ਜਿਠਾਣੀ ਸਾਥ। ਤੇ ਇਹ ਮਹਾਰਾਜ ਤਾਂ ਇੱਧਰ ਆ ਗਏ ਬਾਬਾ ਪ੍ਰਿਥੀ ਚੰਦ ਦੇ ਪਾਸ। ਮਾਤਾ ਗੰਗਾ ਜੀ ਵੀ ਮਿਲਣ ਵਾਸਤੇ ਵੱਡੀ ਜਠਾਣੀ ਜਾਣ ਕੇ, ਚਲੋ ਵੱਡਿਆਂ ਦੇ ਥਾਂ ਆ। ਤੇ ਮਾਤਾ ਕਰਮੋ ਨੂੰ ਮਿਲਣ ਵਾਸਤੇ ਉਹਦੇ ਘਰ ਗਏ, ਗੋਡੀ ਹੱਥ ਲਾਇਆ, ਚਰਨੀ ਹੱਥ ਲਾਇਆ ਤੇ ਉਹਦੀ ਵਡਿਆਈ ਰੱਖੀ ਵੀ ਚੱਲ ਫਿਰ ਵੀ ਜਿਹੜੀ ਆ ਮੇਰੀ ਜਠਾਣੀ ਹੈ ਮੇਥੋਂ ਵੱਡੀ ਹੈ। ਟੇਕਿਓ ਮਾਥ ਆਨੰਦ ਕੋ ਲਗਾਏ ਤੇ ਸਪਾਈ ਕੋ। ਨਾਲੇ ਬੀਬੀ ਕਰਮ ਨੂੰ ਆਪ ਮੱਥਾ ਟੇਕਿਆ ਮਾਤਾ ਗੰਗਾ ਜੀ ਨੇ ਤੇ ਨਾਲੇ ਧੰਨ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਖਿਆ ਲੈ ਪੁੱਤ ਤੇਰੀ ਤਾਈ ਲੱਗਦੀ ਹੈ। ਉਹਦੇ ਚਰਨੀ ਹੱਥ ਲਵਾਏ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਵੀ। ਤੋ ਹੁਣ ਕਿੱਥੇ ਖਾਲਸਾ ਜੀ, ਹੁਣ ਬੀਬੀ ਕਰਮੋ ਵਰਗਾ ਤਾਂ ਕੋਈ ਵੀ ਨਹੀਂ ਹੋ ਸਕਦਾ ਗਾ ਜਿਹੜਾ ਆਪਣੇ ਜਿਹੜਾ ਵਾ ਉਹ ਦਰਾਣੀ ਦੇ ਪੁੱਤ ਨੂੰ ਜ਼ਹਿਰ ਦੇਵੇ। ਇਹੋ ਜਿਹਾ ਮਾਹੌਲ ਤਾਂ ਹੁਣ ਸ਼ਾਇਦ ਹੀ ਕਿਤੇ ਹੋਵੇ। ਪਰ ਈਰਖਾ ਵੇਖ ਲਓ, ਹੁਣ ਮਾਤਾ ਗੰਗਾ ਜੀ ਦੀ ਰੱਤੀ ਮਾਤਰ ਵੀ ਨਹੀਂ ਹੈ ਵੀ ਕਿਸੇ ਦੇ ਪੁੱਤ ਨੂੰ ਕੋਈ ਜ਼ਹਿਰ ਦੇਵੇ। ਤੇ ਮਾਤਾ ਗੰਗਾ ਜੀ ਵੇਖੋ ਉਸੇ ਦੇ ਹੀ ਚਰਨੀ ਪੈਂਦੇ ਪਏ ਆ। ਤੇ ਨਾਲੇ ਕਹਿੰਦੇ ਲੈ ਪੁੱਤ ਮੱਥਾ ਟੇਕ, ਵੱਡਿਆਂ ਦੇ ਥਾਂ ਤੇਰੀ ਤਾਈ ਲੱਗਦੀ ਹੈ। ਤੇ ਹੁਣ ਸਾਧ ਸੰਗਤ ਦੀ ਵੇਖੋ ਵੀ ਕੋਈ ਹੈ ਇਹੋ ਜਿਹਾ ਵੀ ਨਾ ਹੋਈ ਅਣਹੋਈ ਗੱਲ ਤੋਂ ਵੀ ਮਨ ਵਿੱਚ ਈਰਖਾ ਭਰੀ ਰਹਿੰਦੀ ਹੈ। ਹੁਣ ਕੌਣ ਜਾਣਦਾ ਵੀ ਆ ਮੇਰਾ ਵੱਡਾ ਹੈ, ਵੱਡੇ ਛੋਟੇ ਦਾ ਲਿਹਾਜ਼ ਕਿੱਥੇ ਹੈ। ਇਹ ਅਵਤਾਰੀ ਪੁਰਸ਼ ਗੁਰੂ ਅਰਜਨ ਦੇਵ ਮਹਾਰਾਜ ਪਰਮੇਸ਼ਰ ਦਾ ਅਵਤਾਰ ਹਨ। ਮਹਾਰਾਜ ਨੇ ਮਰਿਆਦਾ ਰੱਖੀ ਵੀ ਸਾਡੇ ਵੱਡੇ ਭਰਾ ਆ ਭਾਈ, ਠੀਕ ਹੈ ਜਿਵੇਂ ਮਰਜ਼ੀ ਕੋਈ ਆਖੀ ਜਾਂਦਾ, ਚਲੋ ਹੈ ਖੋਟਾ ਹੋਵੇਗਾ ਆਪਦੇ ਥਾਂ ਇਹਦਾ ਕਰਮ ਹੈ, ਪਰ ਵੱਡੇ ਆ ਅਸੀਂ ਇਹਨਾਂ ਦਾ ਸਤਿਕਾਰ ਕਰਾਂਗੇ। ਤੇ ਮਾਤਾ ਗੰਗਾ ਜੀਆਂ ਵੀ ਫਿਰ ਘੱਟ ਨਹੀਂ ਕੀਤੀ। ਮਾਤਾ ਗੰਗਾ ਜੀ ਇੱਧਰ ਬੀਬੀ ਕਰਮੋਂ ਦੇ ਘਰ ਆਏ, ਆਪ ਵੀ ਚਰਨੀ ਪਏ ਤੇ ਨਾਲੇ ਪੁੱਤ ਨੂੰ ਆਖਿਆ ਵੀ ਲਓ ਸਾਹਿਬਜ਼ਾਦਾ ਜੀ ਤੁਹਾਡੇ ਵੱਡਿਆਂ ਥਾਵੇਂ ਤਾਈ ਲੱਗਦੇ, ਇਹਨਾਂ ਦੇ ਚਰਨੀ ਪਾਓ। ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀ ਚਰਨੀ, ਬੱਚਾ ਹੁੰਦਾ ਹੱਥ ਜੋੜ ਕੇ ਉਵੇਂ ਹੱਥ ਲਾ ਕੇ ਚਰਨੀ ਪਵਾ ਦਿੱਤਾ। ਤੇ ਹੁਣ ਬੱਚਿਆਂ ਨੂੰ ਕੌਣ ਕਹਿੰਦਾ, ਜੇ ਕੋਈ ਘਰਾਂ 'ਚ ਹੀ ਰਹੀਦਾ ਚਲੋ ਸਾਰੇ ਹੀ, ਉਹ ਜੇ ਕੋਈ ਹੋ ਜਾਂਦੀ ਆ ਵੀ ਨਵੀਂ ਤੇ ਉਹ ਮਾਂ ਬਾਪ ਤਾਂ ਬੱਚਿਆਂ ਨੂੰ ਫਿਰ ਐਂ ਕਹਿੰਦਾ ਵੀ ਅਜੇ ਬੱਚਿਆਂ ਦੇ ਮਨ ਵਿੱਚ ਨਿਮਰਤਾ ਹੁੰਦੀ ਹੈ, ਨਿਰਮਲਤਾ ਹੀ ਵੀ ਹੁੰਦੀ ਹੈ। ਪਰ ਮਾਂ ਬਾਪ ਬੱਚਿਆਂ ਨੂੰ ਫਿਰ ਸਿਖਾਉਂਦਾ ਹੀ ਐ ਵੀ ਇਹਨੂੰ ਬੁਲਾਈ ਨਾ ਪੁੱਤ ਤੂੰ, ਇਹ ਆਵੇ ਤੇ ਇੱਕ ਦੀਆਂ 20 ਸੁਣਾਇਆ ਕਰ। ਉਹ ਕੌਣ ਫਿਰ ਮੁੜ ਕੇ ਜਿਵੇਂ ਵੱਡੇ ਹੁੰਦੇ ਫਿਰ ਤਾਏ ਚਾਚਿਆਂ ਨੂੰ ਕਿਵੇਂ ਕੁੱਦ ਕੇ ਪੈਂਦੇ ਆ ਵੀ ਉਹ ਉਹਨਾਂ ਦੀ ਆਪੋ ਆਪਣੀ ਜਿਹੜੀ ਵਾ ਹੋਵੇਗੀ ਕੋਈ ਵੰਡ ਦਾ ਰੌਲਾ ਭਾਈ ਮਾਂ ਬਾਪ ਦਾ ਭਰਾਵਾਂ ਦਾ। ਪਰ ਇਹ ਬੱਚਿਆਂ ਦੇ ਜਿਹੜਾ ਸਿਆਣਾ ਪਰਿਵਾਰ ਖਾਲਸਾ ਜੀ ਉਹ ਕਿੱਥੇ, ਉਹ ਕਹਿੰਦੇ ਭਾਈ ਤੁਸੀਂ ਤੁਹਾਡਾ ਕੰਮ ਸਤਿਕਾਰ ਕਰਨਾ, ਤੁਹਾਡੇ ਵੱਡਿਆਂ ਥਾਵੇਂ ਹੈ, ਸਾਡੀ ਜਾਣੀਏ ਤੇ ਸਾਡੀ ਗੱਲ ਜਾਣੇ। ਤੇ ਮਾਤਾ ਗੰਗਾ ਜੀਆਂ ਨੇ ਇਸ ਤਰ੍ਹਾਂ ਮਰਿਆਦਾ ਨਿਭਾਉਂਦਿਆਂ ਬੀਬੀ ਕਰਮੋਂ ਦਾ ਸਤਿਕਾਰ ਆਪ ਕੀਤਾ, ਨਾਲੇ ਸਾਹਿਬਜ਼ਾਦੇ ਤੋਂ ਹੱਥ ਲਵਾਏ ਚਰਨਾਂ ਨੂੰ। ਕਰਮੋ ਨਿਹਾਰ ਕਾਰ ਸੁੰਦਰ ਲੀਲਾਰ ਮਾਹ। ਤੇ ਇਧਰ ਹੁਣ ਬੀਬੀ ਕਰਮੋਂ ਦੇ ਮਨ ਵਿੱਚ ਕੋੜ ਤਾਂ ਭਰਿਆ ਹੀ ਹੋਇਆ। ਤੇ ਜਦੋਂ ਹਰਗੋਬਿੰਦ ਸਾਹਿਬ ਮਹਾਰਾਜ ਨੇ ਚਰਨੀ ਹੱਥ ਲਾਏ ਨਾ, ਹੁਣ
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਰੂਪ ਬਹੁਤ ਸੁੰਦਰ ਸੀਗਾ। ਉਮਰ 2 ਵਰਿਆਂ ਦੀ, ਬੱਚੇ ਉੱਦਾਂ ਵੀ ਸੋਹਣੇ ਹੁੰਦੇ, ਪਰ ਹੁਣ ਹੈ ਪਰਮੇਸ਼ਰ ਸਨ। ਜਿਹੜਾ ਦੂਜਿਆਂ ਨੂੰ ਸੋਹਣੇ ਬਣਾਉਂਦਾ ਉਹ ਆਪ ਕਿੱਡਾ ਸੋਹਣਾ ਹੋਵੇਗਾ। ਤੇ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਦੋਂ ਚਿਹਰਾ ਵੇਖਿਆ ਨਾ, ਕਿਉਂਕਿ 3 ਸਾਲ ਗਿਆ ਨੂੰ ਹੋ ਗਏ ਸੀ, ਉੱਥੇ ਹੀ ਅਵਤਾਰ ਧਾਰਿਆ ਵਡਾਲੀ ਮਹਾਰਾਜ ਨੇ। ਬੀਬੀ ਕਰਮੋਂ ਪਹਿਲੀ ਵਾਰੀ ਵੇਖ ਰਹੀ ਹਰਗੋਬਿੰਦ ਸਾਹਿਬ ਮਹਾਰਾਜ ਨੂੰ। ਜਦੋਂ ਇਹਨਾਂ ਦਾ ਐਨ ਦਗ ਦਗ ਕਰਦਾ ਚਿਹਰਾ ਵੇਖਿਆ ਨਾ, ਮੋਟੇ ਮੋਟੇ ਨੇਤਰ, ਉੱਚੀਆਂ ਸੇਲੀਆਂ ਤੇ ਚੌੜਾ ਮੱਥਾ, ਜਦੋਂ ਤੇ ਗੋਰਾ ਸੋਨੇ ਵਰਗਾ ਰੰਗ ਵੇਖਿਆ ਨਾ ਹਰਗੋਬਿੰਦ ਸਾਹਿਬ ਮਹਾਰਾਜ ਦਾ, ਬੀਬੀ ਕਰਮੋਂ ਵੇਖਦੀ ਰਹਿ ਗਈ ਹੈ। ਦੀਰਘ ਦਰਸ ਭਲੇ ਭਾਗ ਵਡਿਆਈ ਕੋ। ਤੇ ਮਨ ਵਿੱਚ ਵਿਚਾਰਿਆ ਵੀ ਇਹਦੇ ਦਰਸ਼ਨ ਹੀ ਬੜੇ ਮਹਾਨ ਨੇ ਜਿਸ ਬਾਲਕ ਦੇ। ਇੰਨਾ ਸੋਹਣਾ ਪੁੱਤ ਹੈ ਇਹ ਗੰਗਾ ਦਾ, ਇਹ ਤਾਂ ਵੱਡੇ ਭਾਗ ਹੈ ਤੇ ਵੱਡੀ ਵਡਿਆਈ ਪ੍ਰਾਪਤ ਕਰਨ ਵਾਲਾ। ਵਡਿਆਈ ਵਾਲੇ ਭਾਗ ਹਨ ਮਾਤਾ ਗੰਗਾ ਦੇ, ਜਿਹਦੇ ਘਰੇ ਏਡਾ ਸੁੰਦਰ ਪੁੱਤਰ ਪੈਦਾ ਹੋਇਆ ਹੈ। ਟੂਕ ਟੂਕ ਰੀਦਾ ਪਇਓ ਜਾਲ ਬਾਲ ਛਾਰ ਥਿਓ। ਤੇ ਹੁਣ ਮਨ ਟੋਟੇ ਟੋਟੇ ਹੁੰਦਾ, ਰੁੱਗ ਭਰੇ ਜਾਂਦੇ ਪਿਆ ਕਲੇਜੇ ਦੇ ਵਿੱਚ ਵੀ ਅਸੀਂ ਤਾਂ ਆਪਦੇ ਮਿਹਰਬਾਨ ਪੁੱਤਰ ਨੂੰ ਗੁਰਿਆਈ ਤੇ ਬਿਠਾਉਣ ਨੂੰ ਫਿਰਦੇ ਸੀ, ਪਰ ਮਿਹਰਬਾਨ ਦਾ ਇੰਨਾ ਪ੍ਰਤਾਪ ਹੈ ਨਹੀਂ ਜਿੰਨਾ ਇਹ 2 ਸਾਲਾਂ ਦੇ ਮਾਤਾ ਗੰਗਾ ਦੇ ਪੁੱਤਰ ਦਾ ਹੈ। ਦਗ ਦਗ ਕਰਦਾ ਚਿਹਰਾ, ਮੋਟੇ ਨੇਤਰ ਹੈ ਤੇ ਚੌੜਾ ਮੱਥਾ ਹੈ, ਭ੍ਰਿਕੁਟੀ ਜੁੜੀ ਹੋਈ ਹੈ। ਤੋ ਇਸ ਤਰ੍ਹਾਂ ਉੱਚੀਆਂ ਜਿਹੜੀਆਂ ਨਾਸਕਾਂ ਹਜ਼ੂਰ ਦੀਆਂ, ਸੁੰਦਰ ਹੋਠ, ਤੇ ਇਹੋ ਜਿਹਾ ਉੱਚਾ ਲੰਮਾ 2 ਵਰਿਆਂ ਦੀ ਉਮਰ ਵਿੱਚ ਹੀ ਸਰੀਰ ਸਡੋਲ ਸੀ, ਉੱਚਾ ਲੰਮਾ ਕੱਦ ਸੀ, ਲੰਮੀਆਂ ਲੰਮੀਆਂ ਬਾਹਾਂ ਸਨ। ਤੇ ਇਹੋ ਜਿਹਾ ਸਰੂਪ ਹਜ਼ੂਰ ਦਾ ਵੇਖ ਕੇ ਤੇ ਹਿਰਦੇ ਵਿੱਚ ਰੁੱਗ ਭਰੇ ਜਾਂਦੇ ਹੈ, ਬਹੁਤ ਅੰਦਰੋਂ ਅੰਦਰੀ ਦੁਖੀ ਹੁੰਦੀ ਹੈ। ਜਲ ਬਲ ਛਾਰ ਥਿਓ, ਕਹਿੰਦੇ ਖੜੀ ਖੜੋਤੀ ਅੰਦਰੋਂ ਸਵਾਹ ਹੋ ਗਈ ਹੈ ਵੇਖ ਕੇ ਦਰਸ਼ਨ ਮਹਾਰਾਜ ਦੇ ਕਰਕੇ। ਖੜੀ ਖਲੋਤੀ ਦੇ ਹਿਰਦੇ ਨੂੰ ਅੱਗ ਲੱਗ ਗਈ ਹੈ। ਉਪਰ ਕਪਟ ਕੀਓ ਦੁੱਧ ਵੇਖਨਿਆਈ ਕੋ। ਤੇ ਕਹਿੰਦੇ ਉੱਤੋਂ ਉੱਤੋਂ ਫਿਰ ਮਾਤਾ ਗੰਗਾ ਜੀ ਨੂੰ ਫਿਰ ਹੁਣ ਬੋਲਿਆ ਤਾਂ ਜਾਂਦਾ ਨਹੀਂ ਪਿਆ ਵੇਖ ਵੇਖ ਕੇ ਦਰਸ਼ਨ ਮਹਾਰਾਜ ਦੇ, ਪਰ ਉੱਤੋਂ ਮਿੱਠੀਆਂ ਗੱਲਾਂ ਕਰਦੀ, ਜਿਵੇਂ ਉਹ ਦੁੱਧ ਵਿੱਚ ਕੋਈ ਜ਼ਹਿਰ ਮਿਲਾ ਦੇਵੇ। ਤੇ ਉੱਤੋਂ ਤਾਂ ਦੁੱਧ ਹੀ ਦੀਦਾ ਹੈ ਨਾ, ਤੇ ਜ਼ਹਿਰ ਤੁਹਾਨੂੰ ਵਿੱਚ ਭਰਿਆ ਦੁੱਧ ਦੇ ਵੇਖਣ ਨਾਲ ਨਹੀਂ ਨਾ ਪਤਾ ਲੱਗਦਾ। ਜਿਵੇਂ ਦੁੱਧ 'ਚ ਜ਼ਹਿਰ ਮਿਲਿਆ ਹੁੰਦਾ ਨਾ, ਫਿਰ ਉਹ ਵਿਖਾਲੀ ਦੁੱਧ ਹੀ ਦਿੰਦਾ ਹੈ। ਐਵੇਂ ਮਾਤਾ ਗੰਗਾ ਜੀ ਦੇ ਸਾਹਮਣੇ ਫਿਰ ਉੱਪਰੋਂ ਉੱਪਰੋਂ ਸੀਸਾਂ ਦਿੰਦੀ ਹੈ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹ ਬੀਬੀ ਕਰਮੋਂ। ਉੱਪਰੋਂ ਉੱਪਰੋਂ ਫਿਰ ਇਸ ਤਰ੍ਹਾਂ ਬੋਲਦੀ ਹੈ। ਆਸ਼ਿਕ ਕਹਿਤ ਚਿਰੰਜੀਵ ਸੁਤ ਹੋਏ ਤੋਹੇ। ਆਖਿਆ ਹੈ ਭੈਣ ਗੰਗਾ, ਲੈ ਇਹ ਹਰਗੋਬਿੰਦ ਸਾਹਿਬ ਮੇਰੇ ਵੀ ਪੁੱਤਾਂ ਵਰਗਾ ਹੈ, ਲੰਮੀ ਲੰਮੀ ਉਮਰਾ ਹੋਵੇ ਤੇਰੇ ਸੋਹਣੇ ਬਾਲਕ ਦੀ, ਸਾਹਿਬਜ਼ਾਦੇ ਦੀ ਲੰਮੀ ਉਮਰਾ ਵਾਲਾ ਹੋਵੇ। ਇਹ ਨਹੀਂ ਜਾਣਦੀ ਵੀ 2 ਵਾਰੀ ਮਾਰਨ ਦਾ ਹੱਲਾ ਮਈਓ ਹੀ ਕੀਤਾ, ਕਦੇ ਦਾਈ ਨੂੰ ਜ਼ਹਿਰ ਦੇ ਕੇ ਭੇਜਦੀ, ਕਦੇ ਸੱਪ ਛਡਵਾਉਂਦੇ ਆ, ਤੇ ਉਹ ਜ਼ਹਿਰ ਭਰਿਆ ਹਿਰਦੇ ਵਿੱਚ ਤੇ ਉੱਤੋਂ ਮਿੱਠੀ ਬਣ ਕੇ ਜਣਾਉਂਦੀ ਆ ਵੀ ਅਸੀਂ ਤੇਰੇ ਪੁੱਤ ਦੀ ਲੰਮੀ ਉਮਰਾਂ ਮੰਗਣ ਵਾਲੇ ਆ। ਮਾਤਾ ਗੰਗਾ ਨੂੰ ਕਿਹੜੀ ਭੁੱਲ ਵੈ, ਸਭ ਪਤਾ ਹੀ ਹੈ, ਪਰ ਬੋਲੇ ਕੁਝ ਨਾ। ਤੇ ਫਿਰ ਵਾਰ-ਵਾਰ ਕਹਿੰਦੀ ਹੈ, ਹੇ ਭੈਣ ਕੋਈ ਨਾ, ਸਾਡੇ ਪੁੱਤਾਂ ਵਰਗਾ ਜਿਹੋ ਜਿਹਾ ਮਿਹਰਬਾਨ ਇਹੋ ਜਿਹਾ ਸਾਨੂੰ ਹਰਗੋਬਿੰਦ ਹੈ, ਤੇ ਇਹਨਾਂ ਦੀ ਲੰਮੀ ਲੰਮੀ ਉਮਰਾ ਹੋਵੇ, ਜੁਗ ਜੁਗ ਜਿਉਂਦੇ ਰਹਿਣ। ਕੁਸ਼ਲ ਪ੍ਰਸੰਨ ਕਾਰ ਗੋਦ ਮੈਂ ਬਿਠਾਇਓ ਹੈ। ਤੇ ਬੜੀ ਖੁਸ਼ੀ ਰਾਜੀ ਪੁੱਛ ਕੇ ਤੇ ਹਰਗੋਬਿੰਦ ਸਾਹਿਬ ਨੂੰ ਆਪਦੀ ਗੋਦੀ ਵਿੱਚ ਬਿਠਾ ਲਿਆ ਹੈ। ਇਤਨੇ ਮੈਂ ਸਤ ਗੁਰ ਦਾਸ ਕੋ ਪਠਾਇਓ ਤਾਹਾਂ। ਇੰਨੇ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਧਰ ਮਾਈਆਂ ਵਾਲੇ ਪਾਸੇ ਇੱਕ ਸਿੱਖ ਨੂੰ ਭੇਜ ਦਿੱਤਾ ਹੈ ਸੀ। ਲਿਆਏ ਕਾਰ ਪ੍ਰਿਥੀਏ ਕੇ ਪਾਏ ਪਰ ਪਾਇਓ ਹੈ। ਵੀ ਮਹਾਰਾਜ ਨੇ ਸਿੱਖ ਨੂੰ ਕਿਹਾ ਸੀ ਵੀ ਜਾਓ ਸਾਡੇ ਬਾਲਕ ਨੂੰ, ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਨੂੰ ਲੈ ਕੇ ਆਓ। ਤੇ ਉਹਨੂੰ ਕਿਹਾ ਕਿ ਆਪਦੇ ਤਾਏ ਦੇ ਚਰਨੀ ਲੱਗੇ, ਬਾਬਾ ਪ੍ਰਿਥੀ ਚੰਦ ਦੇ ਚਰਨੀ ਲਾ ਦਈਏ। ਇਹ ਕਹਿ ਕੇ ਤੇ ਸਿੱਖ ਭੇਜਿਆ ਵੀ ਉਧਰੋਂ ਮਾਤਾ ਗੰਗਾ ਜੀ ਆਪਦਿਆਂ ਪਾਸੋਂ ਸਾਹਿਬਜ਼ਾਦੇ ਨੂੰ ਇੱਧਰ ਲੈ ਆਓ। ਆਪ ਕੀ ਕਿਰਪਾ ਤੇ ਜੈਸੇ ਕਿਰਪਨ ਲਹੈ ਸੋ ਧਨ। ਜਦੋਂ ਫਿਰ ਉਹ ਬਾਲਕ ਨੂੰ ਲੈ ਕੇ ਆ ਗਿਆ ਸਿੱਖ, ਤੇ ਆ ਕੇ ਧੰਨ ਬਾਬਾ ਪ੍ਰਿਥੀ ਚੰਦ ਦੇ ਚਰਨੀ ਪਾਇਆ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ। ਆਖਿਆ ਹੈ ਬਾਬਾ ਪ੍ਰਿਥੀ ਚੰਦ ਮੇਰੇ ਵੱਡੇ ਭਰਾਤਾ, ਤੁਹਾਡੀ ਬੜੀ ਕਿਰਪਾ ਹੋਈ, ਤੁਹਾਡੀ ਕਿਰਪਾ ਸਦਕਾ ਸਾਨੂੰ ਪੁੱਤਰ ਜਿਹੜਾ ਨਾ ਸਾਹਿਬਜ਼ਾਦਾ ਹਰਗੋਬਿੰਦ ਇਸ ਤਰ੍ਹਾਂ ਮਿਲੇ ਹਨ। ਤੈਸੇ ਹੀ ਇਹ ਨੰਦਨ ਸਦਨ ਮੈਂ ਸੁਹਾਇਓ ਹੈ। ਜਿਵੇਂ ਕਿਰਪਨ ਲਹੈ ਸੋ ਧਨ, ਜਿਵੇਂ ਕਿਰਪਨ ਕੰਜੂਸ ਨੂੰ ਧਨ ਮਿਲ ਜਾਵੇ ਨਾ ਖੁਸ਼ ਹੁੰਦਾ ਹੈ, ਸਾਨੂੰ ਇਸ ਤਰ੍ਹਾਂ ਤੁਹਾਡੀ ਕਿਰਪਾ ਸਦਕਾ ਬੜੇ ਸਮੇਂ ਬਾਅਦ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਵਤਾਰ ਘਰ ਵਿੱਚ ਹੋਇਆ ਸਾਡੇ। ਤੈਸੇ ਹੀ ਇਹ ਨੰਦਨ ਸਦਨ ਹੈ ਸੁਹਾਇਓ, ਸਾਡੇ ਘਰ ਵਿੱਚ ਹਰਗੋਬਿੰਦ ਸਾਹਿਬ ਸਾਹਿਬਜ਼ਾਦੇ ਇਸ ਤਰ੍ਹਾਂ ਸੋਭਾ ਪਾਉਂਦੇ ਮੇਰੇ ਵੱਡੇ ਭਰਾਤਾ,
ਜਿਵੇਂ ਸੂਮ ਦੇ ਘਰ ਵਿੱਚ ਧਨ ਸੋਭਾ ਪਾਉਂਦਾ ਹੈ। ਜਾਨੋ ਨਿਜ ਦਾਸ ਕੀਜੈ ਆਸ਼ਿਖਾ ਪ੍ਰਕਾਸ਼ ਸ਼ੁਭ। ਤੇ ਇਹ ਸਾਡੇ ਸਾਹਿਬਜ਼ਾਦੇ ਨੂੰ ਤੁਸੀਂ ਆਪ ਦਾ ਦਾਸ ਜਾਣ ਕੇ ਨਾ, ਸੇਵਕ ਜਾਣ ਕੇ, ਛੋਟਾ ਜਾਣ ਕੇ, ਤੇ ਇਹਨੂੰ ਆਪਦੀ ਅਸ਼ੀਸ਼ ਦਾ ਪ੍ਰਕਾਸ਼ ਕਰੋ, ਸ੍ਰੇਸ਼ਟ ਅਸ਼ੀਸ਼ਾਂ ਬਖਸ਼ੋ ਜੀ। ਉਮਰ ਵਿਸਾਲ ਹੋਏ ਜੈਸੇ ਜਨਮ ਆਇਓ ਹੈ। ਹਾਂ ਵੀ ਜਿਵੇਂ ਅਵਤਾਰ ਹੋਏ ਉਵੇਂ ਦੀ ਉਮਰ ਵੀ ਜਿਹੜੀ ਵੱਡੀ ਹੋਵੇ। ਆਪ ਹੈ ਬਾਬਾ ਪ੍ਰਿਥੀ ਚੰਦ ਜੀ ਐਸੀਆਂ ਅਸੀਸਾਂ ਦਿਓ ਜੀ। ਦੇਖਤ ਬਿਸਮ ਗਇਓ ਹਿਰਦੈ ਮਹਾਗਮ ਪਇਓ। ਤੇ ਹੁਣ ਇਹ ਥੋੜਾ ਚਾਹੁੰਦੇ ਸੀ ਵੀ ਇਹਨਾਂ ਦੇ ਘਰੇ ਸਾਹਿਬਜ਼ਾਦਾ ਹੋਵੇ, ਤੇ ਬਾਅਦ ਵਿੱਚ ਮਾਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ। ਜਦੇ ਹੀ ਬਾਬਾ ਪ੍ਰਿਥੀ ਚੰਦ ਨੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੇਖਿਆ ਤੇ ਮਹਾਰਾਜ ਦਾ ਸੁੰਦਰ ਸਰੂਪ ਵੇਖਦਾ ਵੇਖਦਾ ਹੀ ਬਿਸਮ ਹੋ ਗਿਆ, ਭਾਵ ਹੱਕਾ ਬੱਕਾ ਰਹਿ ਗਿਆ ਪ੍ਰਿਥੀ ਚੰਦ। ਤੇ ਹਿਰਦੇ ਵਿੱਚ ਬੜਾ ਹੀ ਗਮ ਹੋ ਰਿਹਾ, ਦੁੱਖ ਹੋ ਰਿਹਾ, ਚਿੰਤਾ ਹੋ ਰਹੀ ਹੈ। ਬਧਿਓ ਮਨ ਕਾਮ ਥੀਓ ਸੁੰਦਰ ਸੁਨੰਦ ਜਾਨ। ਤੇ ਮਨ ਵਿੱਚ ਜਿਹੜਾ ਮਨ ਦਾ ਵਧਿਆ ਹੋਇਆ ਸੀ ਨਾ ਵੀ ਪ੍ਰਿਥੀ ਚੰਦ ਦਾ ਵੀ ਸਾਡੇ ਮਿਹਰਬਾਨ ਨੂੰ ਗੁਰਿਆਈ ਮਿਲੀ ਜਾਣੀ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਦਾ ਪ੍ਰਤਾਪ ਵੇਖ ਕੇ ਤੇ ਇਹਦਾ ਮਨ ਹੁਣ ਘਟਣਾ ਸ਼ੁਰੂ ਹੋ ਗਿਆ ਹੈ। ਸੁੰਦਰ ਸੋ ਨੰਦਨ ਜਾਣਿਆ ਵੀ ਇਹਨਾਂ ਦਾ ਤਾਂ ਬਹੁਤ ਤੇਜ ਪ੍ਰਤਾਪ ਹੈ ਹਰਗੋਬਿੰਦ ਸਾਹਿਬ ਦਾ, ਇਹੀ ਗੁਰਿਆਈ ਦੇ ਵਾਰਸ ਹੋਣਗੇ, ਇਹਨਾਂ ਦਾ ਚਿਹਰਾ ਦੱਸਦਾ ਹੈ। ਤੋ ਸੁੰਦਰ ਸੋ ਨੰਦ ਜਾਣਿਆ ਵੀ ਹੁਣ ਗੁਰੂ ਅਰਜਨ ਦੇਵ ਮਹਾਰਾਜ ਦੇ ਘਰੇ ਬਰਾਬਰ ਹੁਣ ਸਾਡੇ ਵਾਂਗਰ ਪੁੱਤਰ ਹੈ ਸੁੰਦਰ। ਮਾਧਰੋ ਬਚਨ ਕਹਿਓ ਹੋਵੇ ਚਿਰੰਜੀਵੀ ਬਾਲ। ਤੇ ਮਿੱਠਾ ਜਾ ਹੋ ਕੇ ਪ੍ਰਿਥੀ ਚੰਦ ਕਹਿੰਦਾ, ਹਾਂ ਭਰਾਤਾ, ਪਰਮੇਸ਼ਰ ਗੁਰੂ ਰਾਮਦਾਸ ਮਹਾਰਾਜ ਦਇਆ ਕਰਨ ਤੇ ਲੰਮੀ ਉਮਰਾਂ ਵਾਲਾ ਤੁਹਾਡਾ ਪੁੱਤਰ ਹੋਵੇ। ਆਰ ਬਲਾ ਆਧਿਕ ਆਨੰਦ ਕੋ ਬਿਲੰਦ ਠਾਨ। ਤੇ ਵੱਡੀ ਉਮਰਾਂ ਵਾਲਾ ਹੋਵੇ ਤੇ ਬੜੇ ਆਨੰਦ ਨੂੰ ਧਾਰਨ ਵਾਲਾ ਤੇ ਦੇਣ ਵਾਲਾ ਹੋਵੇ। ਮੋਰ ਜਿਮ ਬਾਕੋ ਆਛ ਜੀਵਨ ਕੋ ਪਾਛ ਕਾਛੇ। ਤੇ ਜਿਵੇਂ ਕਵੀ ਜੀ ਕਹਿੰਦੇ ਮੋਰ ਹੁੰਦਾ ਨਾ, ਮੋਰ ਦੀ ਆਵਾਜ਼ ਤਾਂ ਹੁੰਦੀ ਬੜੀ ਸੋਹਣੀ, ਤੇ ਉਹ ਹੁਣ ਕਿਰਲੀਆਂ ਗਡੋਏ ਜੇ ਆਖਣ ਵੀ ਅਸੀਂ ਨੇੜੇ ਰਹਿ ਲਾਂਗੇ ਮੋਰ ਦੇ, ਮੋਰ ਛੱਡਦਾ ਕਿਤੇ ਖਾ ਜਾਂਦਾ ਨਾ, ਆਵਾਜ਼ ਹੀ ਸੋਹਣੀ ਹੈ, ਮੋਰ ਤੋਂ ਹੀ ਵੇਖਣ ਨੂੰ ਸੋਹਣਾ, ਪਰ ਖਾ ਤਾਂ ਜਾਂਦਾ ਨਾ ਕੀੜੇ ਮਕੌੜੇ ਗਡੋਏ ਸੱਪ ਆਦਿਕ। ਇਸ ਤਰ੍ਹਾਂ ਕਵੀ ਜੀ ਕਹਿੰਦੇ ਪ੍ਰਿਥੀ ਚੰਦ ਵੀ ਮੋਰ ਹੈ, ਇਹ ਉਤੋਂ ਹੀ ਮਿੱਠਾ ਮਿੱਠਾ ਕਹਿੰਦਾ ਵੀ ਬੜਾ ਤੁਹਾਡੀ ਲੰਮੀ ਉਮਰਾ ਹੋਵੇ, ਸਾਹਿਬਜ਼ਾਦੇ ਦੀ ਜੁਗ ਜੁਗ ਜਵਾਨੀਆਂ ਮਾਣੇ। ਪਰ ਕਹਿੰਦੇ ਰਿਦੇ ਨਹੀਂ, ਅੰਦਰੋਂ ਨਹੀਂ ਸਿਖਾਉਂਦਾ ਮੋਰ ਵਾਂਗੂ, ਜਿਵੇਂ ਮੋਰ ਜੀਵ ਖਾ ਜਾਂਦਾ ਉਤੋਂ ਵੇਖਣ ਨੂੰ ਸੋਹਣਾ ਲੱਗਦਾ। ਇਸ ਤਰ੍ਹਾਂ ਦਾ ਕਹਿੰਦੇ ਪ੍ਰਿਥੀ ਚੰਦ ਹੈ ਮਨ ਅੰਦਰੋਂ। ਬੰਚਕ ਜਿਉ ਕਹਿ ਕਾਛੋ ਰਾਖੈ ਕੋਛ ਹਿਰਦੈ ਆਨ। ਤੋ ਕਵੀ ਜੀ ਕਹਿੰਦੇ ਜਿਵੇਂ ਠੱਗ ਹੁੰਦਾ ਨਾ ਕੋਈ, ਮੂੰਹ ਤੋਂ ਕੁਝ ਹੋਰ ਹੁੰਦਾ ਹੈ ਤੇ ਅੰਦਰੋਂ ਕੁਝ ਹੋਰ ਹੁੰਦਾ। ਪ੍ਰਿਥੀ ਚੰਦ ਵੀ ਵੱਡਾ ਠੱਗ ਹੈ, ਇਹ ਉਤੋਂ ਪੋਲਾ ਮੂੰਹ ਦਾ ਬੋਲਦਾ ਤੇ ਅੰਦਰੋਂ ਬੜਾ ਜਿਹੜਾ ਹੈ ਉਹ ਸਖਤ ਹੈ। ਤੇ ਉਹ ਜਿਵੇਂ ਉਹ ਸੁਣੀ ਨਾ ਕਥਾ, ਉਹ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਬਾਬਾ ਮਰਦਾਨਾ ਜੀ ਦੇ ਪੁੱਤਰ ਸਾਹਿਬਜ਼ਾਦਾ ਜੀ ਗਏ ਸੀ ਮਹਾਰਾਜ ਦੇ ਨਾਲ, ਤੇ ਸੱਜਣ ਠੱਗ ਦੇ ਕੋਲ ਉਹ ਚਲਾ ਗਿਆ ਰਹਿਣ ਵਾਸਤੇ, ਰਹਿਸ਼ ਜੀ ਵੇਖ ਕੇ ਚਲੋ ਖਾਵਾਂ ਪੀਵਾਂਗੇ। ਤੇ ਉਹਨੇ ਵੇਖਿਆ ਵੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਕਾਫੀ ਚਰਚਾ ਸੀ ਮਹਾਰਾਜ ਦਾ, ਤੇ ਸੱਜਣ ਠੱਗ ਨੇ ਵੇਖਿਆ ਵੀ ਕਿਸੇ ਤਗੜੇ ਦਾ ਹੀ ਜਜਮਾਨ ਦਾ ਹੀ ਚੇਲਾ ਹੈ, ਤੇ ਆਪਦੇ ਚੇਲਿਆਂ ਨੂੰ ਜਿਹੜਾ ਸੱਦ ਕੇ ਕੋਲ ਉਧਰੋਂ ਇਹ ਸ਼ਹਿਜ਼ਾਦਾ ਪਹੁੰਚ ਕੇ ਕਹਿੰਦਾ ਜੀ ਆਓ ਜੀ ਭਗਤ ਜੀ, ਜੀ ਆਇਆਂ ਨੂੰ। ਤੇ ਉਹ ਸੱਜਣ ਠੱਗ ਕਹਿੰਦਾ ਆਖੇ ਇਹ ਜਜਮਾਨ ਵੱਡਿਆਂ ਦਾ ਚੇਲਾ ਤੇ ਇਹਦੀ ਚੰਗੀ ਤਰ੍ਹਾਂ ਸੇਵਾ ਕਰਿਆ ਜੇ। ਉਹ ਉਹਦੇ ਚੇਲਿਆਂ ਨੂੰ ਸੱਜਣ ਠੱਗ ਆਖੇ, ਉਹ ਚੰਗੀ ਤਰ੍ਹਾਂ ਸੇਵਾ ਦਾ ਭਾਵ ਸੀ ਵੀ ਇਹਨੂੰ ਬੰਨ੍ਹ ਲਓ, ਨੂੜ ਲਓ ਚੰਗੀ ਤਰ੍ਹਾਂ, ਤੇ ਕੁਝ ਰਵੇ ਨਾ ਸਾਰਾ ਹੀ ਲੁੱਟ ਲਓ। ਤੋ ਇਸ ਤਰ੍ਹਾਂ ਫਿਰ ਸਾਧ ਸੰਗਤ ਜੀ ਉਹ ਅੰਦਰ ਲਿਜਾ ਕੇ ਹੁਣ ਸੱਜਣ ਠੱਗ ਜਦੋਂ ਕਹਿੰਦਾ ਸੀ ਆਖੇ ਇਹਦੀ ਚੰਗੀ ਸੇਵਾ ਕਰੋ ਇਹਦੀ, ਉਹ ਹੁਣ ਮਰਦਾਨੇ ਦਾ ਪੁੱਤ ਜਾਣਦਾ ਸੀ ਵੀ ਖਰੇ ਹੁਣ ਮੇਰੀ ਚੰਗੀ ਸੇਵਾ ਕਰਨਗੇ। ਹੈ ਤਾਂ ਠੱਗ ਸੀ ਸੱਜਣ, ਤੇ ਲਿਜਾ ਕੇ ਇਕੱਲਾ ਲੰਗੋਟ ਹੀ ਛੱਡਿਆ, ਸਾਰੇ ਬਸਤਰ ਵੀ ਲਾਹ ਲਏ, ਪੱਗ ਵੀ ਲਾਹ ਲਈ, ਗਹਿਣੇ ਵੀ ਲਾਹ ਲਏ ਸਨ। ਤੇ ਉਹ ਠੱਗ ਦੀ ਗੱਲ ਕਵੀ ਜੀ ਕਰਦੇ, ਕਹਿੰਦੇ ਠੱਗ ਐਸੇ ਹੁੰਦੇ ਮੂੰਹ ਦੇ ਕੁਝ ਹੋਰ ਹੁੰਦੇ ਹੈ ਤੇ ਅੰਦਰ ਉਹਨਾਂ ਦੇ ਕੁਝ ਹੋਰ ਹੁੰਦਾ ਹੈ। ਪ੍ਰਿਥੀ ਚੰਦ ਵੀ ਏਦਾਂ ਹੈ। ਘਾਟੇ ਮੁਖ ਦੂਧ ਧਾਰੈ ਪੇਟ ਵੇਖ ਸੰਗ ਭਰੈ। ਉਹ ਕਹਿੰਦੇ ਹੈ ਜਿਵੇਂ ਘੜਾ ਹੁੰਦਾ ਨਾ, ਉਹ ਮੂੰਹ ਦੇ ਉੱਪਰ ਮੱਖਣੀ ਲੱਗੀ ਹੋਵੇ ਘੜੇ ਦੇ, ਤੇ ਵਿੱਚ ਜ਼ਹਿਰ ਭਰਿਆ ਹੋਵੇ, ਤੇ ਜਿਹੜਾ ਵੇਖੂ ਆਖੂ ਖਰੇ ਮੱਖਣ ਦਾ ਹੀ ਘੜਾ ਭਰਿਆ ਪਿਆ, ਪਰ ਮੂੰਹ ਤੇ ਮੱਖਣੀ ਲੱਗੀ ਹੁੰਦੀ, ਘੜੇ ਦੇ ਵਿੱਚ ਜ਼ਹਿਰ ਹੋਵੇ, ਤੇ ਵੇਖਣ ਵਾਲਾ ਤਾਂ ਭੱਜ ਕੇ ਮੂੰਹ ਨਾਲ ਲਾਊ ਨਾ ਵੀ ਮੱਖਣ ਖਾਵਾਂਗੇ, ਉਹ ਮੱਖਣ ਤਾਂ ਉੱਤੇ ਹੀ ਆ, ਵਿੱਚ ਤਾਂ ਜ਼ਹਿਰ ਭਰਿਆ। ਇਸ ਤਰ੍ਹਾਂ ਕਹਿੰਦੇ ਇਹ ਪ੍ਰਿਥੀ ਚੰਦ ਦੇ ਮੂੰਹ ਤੇ ਤਾਂ ਮੱਖਣੀ ਵਾਂਗੂ ਮਿੱਠੇ ਮਿੱਠੇ ਬਚਨ ਕਰਦਾ,
ਤੇ ਢਿੱਡ ਵਿੱਚ ਬੜਾ ਮਾਰੂ ਜ਼ਹਿਰ ਭਰਿਆ ਹੋਇਆ ਹੈ, ਕੋੜ ਤੇ ਈਰਖਾ ਹੈ। ਤੈਸੇ ਸੋ ਕਰਮ ਕਰ ਸੰਕਟ ਮਹਾਨ ਮਾਨ। ਤੇ ਬੜਾ ਦੁੱਖ ਮਨਾਉਂਦਾ ਪ੍ਰਿਥੀ ਚੰਦ ਹਰਗੋਬਿੰਦ ਸਾਹਿਬ ਨੂੰ ਵੇਖ ਵੇਖ ਕੇ। ਤੇ ਉਸੇ ਉਹ ਬਸ ਜ਼ਹਿਰ ਵਾਲੀ ਗੱਲ ਹੈ, ਇਹਦੇ ਵਿੱਚ ਜ਼ਹਿਰ ਹੈ ਤੇ ਮੂੰਹ ਤੇ ਮੱਖਣੀ ਹੈ। ਸੰਮਤ ਕਿਤਕ ਕੋ ਆਨੰਦ ਸੰਗ ਭਇਓ ਆਨੰਦ। ਤੋ ਇਸ ਤਰ੍ਹਾਂ ਫਿਰ ਪੁੱਛਿਆ, ਹੇ ਭਰਾਤਾ ਅਰਜਨ ਦੇਵ, ਇਹ ਭਲਾ ਤੁਹਾਡੇ ਸਾਹਿਬਜ਼ਾਦੇ ਕਿੰਨੀ ਕੁ ਉਮਰ ਦੇ ਆ? ਕਿਉਂਕਿ ਵੇਖ ਕੇ ਨਹੀਂ ਨਾ ਲੱਗਦਾ ਸੀ, ਕਿਉਂ ਕਹਿੰਦੇ ਅਜੇ ਗਿਆ ਨੂੰ ਤਾਂ 3 ਸਾਲ ਹੋਏ ਤੇ ਇਹ ਬਾਲਕ ਤੇ ਲੱਗਦਾ ਜਿਵੇਂ 5-7 ਵਰਿਆਂ ਦਾ ਹੁੰਦਾ। ਐਡਾ ਕੱਦ ਸੀ ਮਹਾਰਾਜ ਦਾ। ਵੇਖ ਕੇ ਪ੍ਰਿਥੀ ਚੰਦ ਤੋਂ ਰਿਹਾ ਨਾ ਗਿਆ। ਕਹਿੰਦਾ ਭਰਾਤਾ ਜੀ, ਇਹ ਭਲਾ ਕਿੰਨੀ ਉਮਰ ਦੇ ਹੋ ਚੱਲੇ ਆ ਤੁਹਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ? ਗੁਰੂ ਤਾਬ ਕਹਿਓ ਆਬ ਤੀਸਰੇ ਬਰਸ ਕੋ। ਤੇ ਮਹਾਰਾਜ ਕਹਿੰਦੇ ਅਜੇ ਤੀਜਾ ਵਰਾ ਲੱਗਿਆ ਹੋਇਆ, ਅਜੇ 3 ਵਰਿਆਂ ਦੇ ਹੋਏ ਨਹੀਂ ਹਨ। ਕੁਸ਼ਲ ਪ੍ਰਸੰਨ ਦੋ ਦੇਸ਼ ਤੇ ਸਕਲ ਕਹੀ। ਤੋ ਇਸ ਤਰ੍ਹਾਂ ਕਵੀ ਜੀ ਕਹਿੰਦੇ ਦੋ ਪਾਸਿਓਂ ਰਾਜੀ ਖੁਸ਼ੀ ਇੱਕ ਦੂਜੇ ਦੀ ਪੁੱਛਦੇ ਹੋਏ। ਕੋ ਘਟੀ ਬੈਠੇ ਸੇ ਸੁਵੰਗਨ ਪਰਸ ਕੋ। ਤੇ ਸੱਚੇ ਪਾਤਸ਼ਾਹ ਜੀ ਕੁਝ ਕੁ ਸਮਾਂ ਇੱਥੇ ਬੈਠੇ ਰਹੇ ਪ੍ਰਿਥੀ ਚੰਦ ਦੇ ਘਰ। ਤੇ ਪ੍ਰਿਥੀ ਚੰਦ ਵੀ ਉਹ ਲਾੜ ਲੜਾਉਂਦਾ ਖਿਡਾ ਰਿਹਾ ਹੈ, ਹਰਗੋਬਿੰਦ ਸਾਹਿਬ ਨੂੰ ਪਰਸਦਾ ਹੈ। ਸ਼੍ਰੀ ਹਰਗੋਬਿੰਦ ਸੰਗ ਆਪ ਲੈ ਉਠਤ ਭਏ। ਤੇ ਫਿਰ ਸੱਚੇ ਪਾਤਸ਼ਾਹ ਜੀ ਬਾਲਕ ਹਰਗੋਬਿੰਦ ਸਾਹਿਬ ਨੂੰ ਨਾਲ ਲੈ ਕਰਕੇ ਪ੍ਰਿਥੀ ਚੰਦ ਦੇ ਘਰੋਂ ਉੱਠ ਪਏ ਐ। ਗਮਨੇ ਬਹਾਰ ਮਹਾਦੇਵ ਕੇ ਦਰਸ ਕੋ। ਤੇ ਪ੍ਰਿਥੀ ਚੰਦ ਤੋਂ ਛੋਟੇ ਭਰਾਤਾ ਸਨ ਧੰਨ ਬਾਬਾ ਮਹਾਦੇਵ ਜੀ, ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਵੱਡੇ ਸਨ। ਮਹਾਰਾਜ ਛੋਟੇ ਸੀ ਸਾਰਿਆਂ ਤੋਂ। ਫਿਰ ਜਾਣਿਆ ਵੀ ਚਲੋ ਉਹ ਵੀ ਵੱਡੇ ਭਰਾਤਾ, ਵੀ ਉਹਨਾਂ ਨੂੰ ਮਿਲ ਹੀ ਆਈਏ। ਮਹਾਦੇਵ ਖਾਲਸਾ ਜੀ ਮਸਤ ਸੁਭਾਅ ਦੇ ਸਨ, ਜੋਗੀ ਪੁਰਸ਼ ਸੀਗੇ, ਬੜੇ ਜਤੀ ਹੋਏ ਆ ਤੇ ਆਨੰਦ ਮਾਣਨ ਵਾਲੇ ਸਨ ਬਾਬਾ ਮਹਾਦੇਵ ਜੀ। ਠੀਕ ਹੈ, ਕੁਝ ਸਮੇਂ ਪ੍ਰਿਥੀ ਚੰਦ ਨੂੰ ਕਿਉਂਕਿ ਚਾਹੁੰਦੇ ਸੀ ਵੀ ਚਲੋ ਵੱਡਾ ਭਰਾ ਹੈ ਪ੍ਰਿਥੀ ਚੰਦ, ਇਹਦਾ ਸਤਿਕਾਰ ਬਣਿਆ ਰਵੇ ਤੇ ਗੁਰਿਆਈ ਪ੍ਰਿਥੀ ਚੰਦ ਨੂੰ ਮਿਲਣੀ ਚਾਹੀਦੀ ਹੈ, ਮਹਾਦੇਵ ਚਾਹੁੰਦੇ ਸੀ ਪਹਿਲਾਂ। ਪਰ ਜਦੋਂ ਪਤਾ ਲੱਗਿਆ ਨਾ ਇਹਦੀਆਂ ਖੁਟਾਈਆਂ ਦਾ, ਪ੍ਰਿਥੀ ਚੰਦ ਦੀਆਂ ਦਾ, ਫਿਰ ਬਾਬਾ ਮਹਾਦੇਵ ਨੇ ਵੀ ਪਲੜਾ ਝਾੜ ਲਿਆ ਸੀ ਪ੍ਰਿਥੀ ਚੰਦ ਤੋਂ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰੂ ਮੰਨਣ ਲੱਗ ਗਏ ਸੀ। ਉਹ ਅੱਗੇ ਕਥਾ ਆਵੇਗੀ। ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਗੋਇੰਦਵਾਲ ਸਾਹਿਬ ਆਏ ਆ ਨਾ, ਤੇ ਬਾਬਾ ਮਹਾਦੇਵ ਜੀਆਂ ਫਿਰ ਉੱਥੇ ਜਾਣ ਲਿਆ ਵੀ ਇੰਨੀ ਸੰਗਤ ਤੇ ਮਹਾਰਾਜ ਦਾ ਤੇਜ ਪ੍ਰਤਾਪ ਵੇਖ ਕੇ ਆਖਿਆ, ਮਹਾਰਾਜ ਮੈਂ ਸਾਰੀ ਉਮਰ ਛੋਟਾ ਭਰਾ ਹੀ ਜਾਣਦਾ ਰਿਹਾ, ਹੁਣ ਮੇਰੇ ਤੇ ਕਿਰਪਾ ਕਰੋ, ਮੈਨੂੰ ਕੋਈ ਕਿਣਕਾ ਸ਼ਾਂਤੀ ਦਾ ਬਖਸ਼ੋ। ਤੇ ਸੋਰਠ ਰਾਗ ਅੰਦਰ ਸ਼ਾਇਦ ਧਨਾਸਰੀ ਅੰਦਰ ਮਹਾਰਾਜ ਨੇ ਉੱਥੇ ਬਚਨ ਉਚਾਰਿਆ ਸੀ, ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰੂ ਹੈ। ਇਹ ਗੋਇੰਦਵਾਲ ਸਾਹਿਬ ਬਚਨ ਉਚਾਰਿਆ ਸੀ ਜਦੋਂ ਮਹਾਰਾਜ ਦਰਸ਼ਨ ਕਰਨ ਗਏ। ਉੱਥੇ ਬਾਬਾ ਮਹਾਦੇਵ ਜੀ ਮਿਲੇ ਸਨ। ਤੋ ਰਹੋ ਵਿਚਾਰ, ਗੁਰੂ ਅਰਜਨ ਦੇਵ ਮਹਾਰਾਜ ਜੀਆਂ ਵਿਚਾਰਿਆ ਵੀ ਚਲੋ ਹੁਣ ਇਹਨਾਂ ਦੇ ਦਰਸ਼ਨ ਦੀਦਾਰ ਵੀ ਕਰ ਆਈਏ। ਸਦਨ ਪ੍ਰਵੇਸ਼ ਕੀਨ ਪਾਇਨ ਪ੍ਰਣਾਮ ਠਾਨ। ਤੇ ਬਾਬਾ ਮਹਾਦੇਵ ਦੇ ਘਰ ਵਿੱਚ ਗਏ, ਮਹਾਰਾਜ ਸਾਹਿਬਜ਼ਾਦੇ ਨੂੰ ਲੈ ਕੇ ਚਰਨਾਂ ਉੱਪਰ ਮੱਥਾ ਟੇਕਿਆ, ਪ੍ਰਣਾਮ ਕੀਤੀ ਹੈ। ਮਿਲ ਕੈ ਪਰਸ ਪਰ ਧਾਰਤ ਹਰਸ਼ ਕੋ। ਤੇ ਆਪਸ ਵਿੱਚ ਮਿਲ ਕਰਕੇ ਬੜੀ ਖੁਸ਼ੀ ਨੂੰ ਧਾਰ ਰਹੇ ਹਨ। ਸ਼੍ਰੀ ਹਰਗੋਬਿੰਦ ਨੰਦ ਪਾਇਓ ਚਰਨਾਰ ਬਿੰਦ। ਤੇ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚਰਨਾਂ ਤੇ ਪਾ ਦਿੱਤਾ, ਮੱਥਾ ਟਿਕਵਾਇਆ ਮਹਾਦੇਵ ਦੇ। ਦੇਖਤ ਉਠਾਇਓ ਮਹਾਦੇਵ ਲੀਨ ਗੋਦ ਮੈਂ। ਤੇ ਬਾਬਾ ਮਹਾਦੇਵ ਜੀਆਂ ਵੇਖ ਕੇ ਨਾ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤੇ ਆਪਣੀ ਗੋਦੀ ਵਿੱਚ ਚੁੱਕ ਲੈਣਾ ਕੀਤਾ ਹੈ। ਸੂੰਘਤ ਲਿਲਾਰ ਕੋ ਦੁਲਾਰਤ ਉਚਾਰ ਬਚ। ਤੇ ਮੱਥਾ ਚੁੰਮਦੇ ਬਾਬਾ ਮਹਾਦੇਵ ਜੀ ਹਰਗੋਬਿੰਦ ਸਾਹਿਬ ਦਾ ਤੇ ਦੁਲਾਰਤ ਉਚਾਰਤ ਬਰ। ਤੇ ਇਹੋ ਜਿਹੇ ਬਚਨ ਉਚਾਰਦੇ ਜਿਵੇਂ ਲਾੜ ਲੜਾਉਂਦੇ ਆ ਬੱਚਿਆਂ ਨੂੰ। ਇਸ ਤਰ੍ਹਾਂ ਬਾਬਾ ਮਹਾਦੇਵ ਜੀ ਖੜਾ ਰਹੇ ਹਨ ਚੁੱਕ ਕੇ। ਹੋਏ ਮਹਾ ਜੋਧ ਚਿਰੰਜੀਵੀ ਰੋਹ ਮੋਦ ਮੈਂ। ਤੇ ਹੈ ਬੜੇ ਦਿਵ ਦ੍ਰਿਸ਼ਟ ਸਨ ਬਾਬਾ ਮਹਾਦੇਵ ਜੀ। ਕਹਿੰਦੇ ਭਰਾਤਾ ਅਰਜਨ ਦੇਵ, ਤੁਹਾਡਾ ਸਾਹਿਬਜ਼ਾਦਾ ਦਾ ਭਾਈ ਬੜਾ ਮਹਾਬਲੀ ਯੋਧਾ ਹੋਵੇਗਾ ਤੇ ਲੰਮੀ ਉਮਰਾਂ ਮਾਣੇਗਾ। ਇਹਦੀ ਬਹੁਤ ਲੰਮੀ ਉਮਰ ਹੋਵੇਗੀ ਤੇ ਬੜਾ ਮਹਾਰਥੀ ਤੇ ਮਹਾਬਲੀ ਯੋਧਾ ਹੋਵੇਗਾ। ਬੰਸ ਕੋ ਵੀ ਭੂਖਣ ਅਦੁਖਣ ਹੋਵੇ ਭੂਖਣ ਸੋ। ਇਹ ਤਾਂ ਸਾਡੀ ਸੋਢੀਆਂ ਦੀ ਬੰਸ ਦਾ ਗਹਿਣਾ ਹੈ ਤੇ ਦੋਖਾਂ ਔਗਣਾ ਤੋਂ ਰਹਿਤ ਹੋਵੇਗਾ ਤੇ ਪ੍ਰਤਾਪ ਇਹਦਾ ਸੂਰਜ ਵਾਂਗੂ ਲਿਸ਼ਕੇਗਾ। ਕੱਟੈ ਗੋ ਕੋ ਲੂਖਣ ਸਸਰਖੈ ਚਾਹੂੰ ਗੋਦ ਮੈਂ। ਤੇ ਦੂਸਰਿਆਂ ਦੇ ਜਿਹੜੇ ਵੈ ਉਹ ਪਾਪਾਂ ਨੂੰ, ਦੁੱਖਾਂ, ਕਸ਼ਟਾਂ, ਕਲੇਸ਼ਾਂ ਨੂੰ ਕਟਿਆ ਕਰੇਗਾ। ਤੇ ਅੱਗੇ ਕੀ ਆਇਆ? ਸਸਰਖੈ ਚਾਹੂੰ ਗੋਦ ਮੈਂ। ਹਾਂ, ਤੋ ਇਸ ਤਰ੍ਹਾਂ ਇਹਦੀ ਜਿਹੜੀ ਪ੍ਰਤਾਪ ਤੇਜ ਹੈ ਨਾ, ਉਹ 4 ਕੋਦਮੈ, ਕੋਦ ਕੋਨਿਆਂ ਦਾ ਨਾਮ, 4 ਦਿਸ਼ਾਵਾਂ ਵਿੱਚ ਬੜਾ ਇਹਦਾ ਪ੍ਰਤਾਪ ਤੇ ਪ੍ਰਸ਼ੰਸਾ
ਇਹਨਾਂ ਦੀ ਸ਼ੋਭਾ ਹੋਇਆ ਕਰੇਗੀ। ਵੱਡ ਹੋਵੈ ਹੈ ਢੀਲ ਤੈਸੇ ਸੁੰਦਰ ਸੁਸ਼ੀਲ ਬਾਹ। ਤੇ ਚਾਰੇ ਤਰਫਾਂ ਵਿੱਚ ਪੂਜੇ ਜਾਣਗੇ। ਵੱਡੇ ਹੋਏ ਬੜੇ ਡੀਲ ਡੌਲ ਸੁਭਾਅ ਸਰੀਰ ਦੇ ਹੋਣਗੇ, ਭਾਰੀ ਸਰੀਰ ਵਾਲੇ ਹੋਣਗੇ, ਡੀਲ ਡੌਲ ਜਿਨ੍ਹਾਂ ਦਾ ਸਰੀਰ ਬਲ ਵਾਲਾ ਹੋਵੇਗਾ, ਤੇ ਉਸੇ ਤਰ੍ਹਾਂ ਬੜੇ ਸੁੰਦਰ ਸੁਸ਼ੀਲ ਸੁਭਾਅ ਦੇ ਹੋਵਣਗੇ। ਸੋ ਜਸ ਪਸਾਰ ਤੇ ਬਿਤਾਇ ਬੈ ਬਿਨੋਦ ਮੈਂ। ਤੋ ਇਸ ਤਰ੍ਹਾਂ ਸ੍ਰੇਸ਼ਟ ਜਸ ਜਿਹੜਾ ਉਹ ਫੈਲਾਉਣਗੇ, ਸਭ ਪਾਸੇ ਇਹਨਾਂ ਦਾ ਜਸ ਪਸਾਰਿਆ ਜਾਵੇਗਾ, ਬੜੀ ਮਹਿਮਾ ਹੋਵੇਗੀ, ਤੇ ਇਸੇ ਤਰ੍ਹਾਂ ਹੀ ਸਾਰੀ ਆਨੰਦ ਰੂਪ ਦੇ ਵਿੱਚ ਹੀ ਉਮਰ ਬਤੀਤ ਕਰਿਆ ਕਰਨਗੇ। ਦੋਹਰਾ ਇਮ ਕਹਿ ਮਹਾ ਪ੍ਰਮੋਦ ਕਰ। ਉਹ ਇਸ ਤਰ੍ਹਾਂ ਦੇ ਬਚਨ ਕਹਿ ਕਰਕੇ ਬੜਾ ਆਨੰਦ ਕਰਦੇ ਬਾਬਾ ਮਹਾਦੇਵ ਜੀ। ਮਹਾਦੇਵ ਧਰ ਪ੍ਰੀਤ। ਤੇ ਬਾਬਾ ਮਹਾਦੇਵ ਜੀਆਂ ਬਹੁਤ ਪ੍ਰੇਮ ਕੀਤਾ ਹਰਗੋਬਿੰਦ ਸਾਹਿਬ ਮਹਾਰਾਜ ਨਾਲ, ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤਾਈਂ। ਦਰਬ ਨਿਛਾਵਰ ਬਹੁ ਕੀਓ। ਤੇ ਬੜਾ ਧਨ ਜਿਹੜਾ ਉਹਦੇ ਉੱਤੋਂ ਦੀ ਵਾਰ ਨਾ ਕੀਤਾ ਬਾਲਕ ਦੇ। ਨਿਜ ਸੁਤ ਸਮ ਲਖ ਚੀਤ। ਤੇ ਆਪਦੇ ਪੁੱਤਰ ਵਾਂਗੂ ਜਾਣਿਆ, ਵੀ ਜਿਵੇਂ ਆਪਦਾ ਹੀ ਪੁੱਤ ਹੁੰਦਾ ਨਾ, ਇਸ ਤਰ੍ਹਾਂ ਜਾਣਿਆ ਹਿਰਦੇ ਅੰਦਰ। ਕਬਿਤ ਸ਼੍ਰੀ ਗੁਰੂ ਉਚਾਰੀ ਪਾਈ ਕਰਨਾ ਤੁਮਾਰੀ ਭਾਰੀ। ਆਖਿਆ, ਹੇ ਮੇਰੇ ਭਰਾਤਾ ਮਹਾਦੇਵ ਜੀ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਬਾਬਾ ਜੀ ਤੁਹਾਡੀ ਬੜੀ ਕਿਰਪਾ ਹੋਈ ਹੈ, ਬਹੁਤ ਤੁਹਾਡੀ ਮਿਹਰਾਮਤ ਭਾਰੀ ਸਾਡੇ ਤੇ ਹੋਈ ਹੈ। ਜਾਂ ਤੇ ਸੁਖ ਕਾਰੀ ਸੁਤ ਕਾਂਖ ਤੋ ਕੋ ਦੀਨਿਓ। ਮਨ ਇੱਛਕ ਫਲ ਪ੍ਰਾਪਤ ਹੋਇਆ, ਸੁਖ ਦੇਣ ਵਾਲਾ ਸਾਹਿਬਜ਼ਾਦੇ ਨੇ ਅਵਤਾਰ ਧਾਰਿਆ। ਬਾਬਾ ਮਹਾਦੇਵ ਭਰਾਤਾ ਵੱਡੇ, ਤੁਹਾਡੀ ਦਇਆ ਹੋਈ ਹੈ। ਆਪ ਹਵੈ ਸਹਾਈ ਲੀਨ ਦੁਖ ਤੇ ਬਚਾਈ ਨਿਤ। ਤੇ ਆਪ ਇਸੇ ਤਰ੍ਹਾਂ ਅਗਾਂਹ ਵੀ ਸਹਾਇਤਾ ਕਰਨੀ ਸਾਡੇ ਬਾਲਕ ਦੀ, ਤੇ ਨਿਤਾ ਪ੍ਰਤੀ ਦੁੱਖ ਤੋਂ ਬਚਾਈ ਰੱਖਣਾ। ਬਿਘਨ ਬਿਨਾਸ਼ ਕੈ ਪ੍ਰਬਲ ਕੀ ਨਹੀਂ ਨਿਓ। ਤੇ ਤੁਸੀਂ ਬਿਘਨਾਂ ਨੂੰ ਵਿਨਾਸ਼ਣ ਵਾਲੇ ਹੋ, ਤੇ ਵੱਡੇ ਵੱਡੇ ਬਿਘਨਾਂ ਨੂੰ ਨਾਸ਼ ਕਰ ਦਿੱਤਾ ਹੈ ਤੁਸਾਂ ਨੇ। ਪਿੱਛੇ ਜਿੰਨੇ ਵੀ ਹੋਏ ਹੈ ਉਹਨਾਂ ਸਾਰਿਆਂ ਬਿਘਨਾਂ ਨੂੰ ਤੁਸਾਂ ਹੀ ਨਾਸ਼ ਕੀਤਾ, ਰੋਕਿਆ ਹੈ। ਮਹਾਦੇਵ ਕਹਿਓ ਪਿਤਾ ਸਤ ਗੁਰੂ ਹਮਾਰੇ। ਤੇ ਬਾਬਾ ਮਹਾਦੇਵ ਜੀ ਕਹਿੰਦੇ, ਨਹੀਂ ਭਰਾਤਾ, ਹੇ ਗੁਰੂ ਅਰਜਨ ਦੇਵ ਜੀ, ਆਪਣੇ ਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜੋ ਹੋਏ ਆ, ਤਿਨ ਕੀ ਕਿਰਪਾ ਤੇ ਐਸੋ ਪਾਦ ਮਹਲੀਨਿਓ। ਤੇ ਉਹਨਾਂ ਦੀ ਕਿਰਪਾ ਦੇ ਸਦਕਾ ਹੀ ਹੈ ਤੁਹਾਡੇ ਘਰੇ ਸਾਹਿਬਜ਼ਾਦੇ ਅਵਤਾਰ ਧਾਰਿਆ। ਬਾਕੀ ਤੁਸੀਂ ਗੁਰੂ ਪਦਵੀ ਜਿਹੜੀ ਪ੍ਰਾਪਤ ਕੀਤੀ ਹੈ ਨਾ, ਉਹ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਤੁਹਾਡੇ ਤੇ ਸੀ। ਸਾਨੂੰ ਨਹੀਂ ਮਿਲ ਗਈ, ਪ੍ਰਿਥੀ ਚੰਦ ਨੂੰ ਨਹੀਂ ਮਿਲ ਗਈ ਗੁਰਿਆਈ, ਤੁਹਾਡੇ ਤੇ ਵਿਸ਼ੇਸ਼ ਕਿਰਪਾ ਸੀ ਗੁਰੂ ਰਾਮਦਾਸ ਜੀ ਦੀ। ਸੋਈ ਹਵੈ ਸਹਾਈ ਨਿਜ ਪਿਆਰੇ ਕੋ ਬਚਾਈ ਲੇਤ। ਤੇ ਉਹ ਆਪਦੇ ਪਿਆਰਿਆਂ ਨੂੰ ਰੋਜ਼ ਬਚਾਉਣ ਵਾਲੇ, ਉਹੀ ਤੁਹਾਡੇ ਬਾਲਕ ਦੇ ਰੋਜ਼ ਸਹਾਈ ਹੋਣਗੇ, ਤੁਹਾਡੇ ਸਹਾਇਤਾ ਕਰਨਗੇ। ਸੰਕਟ ਨ ਕੋ ਹੋਤ ਜਹਾਂ ਪਖ ਕੀਨਿਓ। ਜਿਹਦਾ ਪੱਖ ਗੁਰੂ ਰਾਮਦਾਸ ਮਹਾਰਾਜ ਕਰਨ ਨਾ, ਉਹਨੂੰ ਕਦੇ ਸੰਕਟ ਭਲਾ ਹੋ ਸਕਦਾ ਹੈ, ਕਦੇ ਨਹੀਂ ਹੋਵੇਗਾ। ਆਪਸ ਮੈਂ ਐਸੇ ਕੁਛ ਬਾਰਤਾ ਕਰਤ ਪਏ। ਕਵੀ ਜੀ ਕਹਿੰਦੇ, ਆਪਸ ਵਿੱਚ ਦੋਵੇਂ ਭਰਾਤਾ ਬਾਬਾ ਮਹਾਦੇਵ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਚਨ ਬਿਲਾਸ ਕਰਦੇ ਰਹੇ ਆ। ਆਏ ਸੋ ਕੋ ਪਾਏ ਪੁਨ ਆਏ ਹੈ ਸਦਨ ਕੋ। ਤੇ ਫਿਰ ਆਗਿਆ ਲੈ ਕੇ ਬਾਬਾ ਮਹਾਦੇਵ ਜੀ ਤੋਂ ਗੁਰੂ ਅਰਜਨ ਦੇਵ ਜੀ ਆਪਣੇ ਘਰ ਵਿੱਚ ਆ ਗਏ ਆ। ਸੁਖ ਸੋ ਬਸੇ ਹੈ ਸਭ ਸੰਕਟ ਨਸੇ ਹੈ। ਤੇ ਸੁਖ ਨਾਲ ਜਿੱਥੇ ਗੁਰੂ ਕੇ ਮਹਿਲ ਸਥਾਨ ਇੱਥੇ ਵਾਸਾ ਕੀਤਾ, ਸਭ ਸੰਕਟ ਨਾਸ਼ ਹੋ ਗਏ ਆ। ਦੇਖ ਦਾਸ ਬਿਕਸੇ ਹੈ ਗੁਰ ਬਾਲਕ ਬਦਨ ਕੋ। ਤੇ ਸਤਿਗੁਰਾਂ ਦੇ ਮੁਖਾਰ ਬਿੰਦ ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਿਹਰੇ ਨੂੰ ਵੇਖ ਵੇਖ ਕੇ ਸਭ ਸਿੱਖ ਸੇਵਕ ਤੇ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਬਹੁਤ ਖੁਸ਼ ਹੁੰਦੀਆਂ ਹਨ। ਖੇਲਤ ਅਜਰ ਮਾਝ ਪਿਤਾ ਪੈਸਕਾਰ ਸਾਂਝ। ਤੇ ਇਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਵਿਹੜਾ ਖੁੱਲਾ ਇੱਥੋਂ ਦਾ, ਤੁਸੀਂ ਹੁਣ ਜਾਓ ਨਾ, ਬੜਾ ਉੱਥੇ ਵਡਾਲੀ ਵਾਲਾ ਥਾਂ ਸਗੋਂ ਸੌੜਾ ਥੋੜਾ ਜਿਹਾ, ਤੇ ਜਿਹੜਾ ਇੱਥੇ ਹੈ ਆ ਆਪਣਾ ਗੁਰੂ ਕੇ ਮਹਿਲ, ਬੜਾ ਖੁੱਲਾ ਡੁੱਲਾ ਸਥਾਨ ਆ ਹੁਣ ਵੀ ਉਹ। ਤੇ ਉਸ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਖੁੱਲੇ ਵਿਹੜੇ ਵਿੱਚ ਸਾਰਾ ਦਿਨ ਖੇਡਦੇ ਆ। ਸ਼ਾਮ ਪੈਂਦੀ ਤੋਂ ਸਤਿਗੁਰਾਂ ਦੇ ਪਾਸ ਝੋਲੀ ਵਿੱਚ ਆਣ ਬੈਠਦੇ ਆ। ਬੈਠਤ ਕਰੀ ਕੋ ਦੁਖ ਦਾਸਨ ਕਦਨ ਕੋ। ਦੁੱਖਾਂ ਨੂੰ ਕੱਟਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੜੀ ਕੁ ਵਾਸਤੇ ਜਦੋਂ ਮਹਾਰਾਜ ਸੰਗਤ 'ਚ ਬਹਿੰਦੇ ਆ, ਤੇ ਝੋਲੀ ਵਿੱਚ ਆ ਕੇ ਜਾਂ ਸਿੰਘਾਸਣ ਦੇ ਲਾਗੇ ਖੜ ਜਾਂਦੇ, ਬੈਠ ਜਾਂਦੇ ਆ। ਮੰਦਰ ਕੇ ਅੰਦਰ ਬਿਰਾਜੈ ਰੂਪ ਸੁੰਦਰ। ਸੋਹਣਾ ਸੁੰਦਰ ਰੂਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਕਦੇ ਘਰ ਦੇ ਅੰਦਰ ਸ਼ੋਭਾ ਪਾਉਂਦਾ ਹੈ। ਆਨੰਦ ਬਿਲੰਦ ਕੈ ਲਜਾਵਤ ਮਦਨ ਕੋ। ਕਹਿੰਦੇ ਇੰਨਾ ਸੁੰਦਰ ਸਰੂਪ ਹੈ ਸਾਹਿਬਜ਼ਾਦਿਆਂ ਦਾ, ਇੰਨਾ ਆਨੰਦ ਦਾ ਘਰ ਹੈ,
ਤੇ ਸੁੰਦਰ ਸਰੂਪ ਹੈ। ਵੀ ਕਾਮਦੇਵ ਸਭ ਤੋਂ ਸੋਹਣਾ ਮੰਨਿਆ ਸੰਸਾਰ ਤੇ ਸ਼ਾਸਤਰਾਂ ਵੇਦਾਂ ਵਿੱਚ। ਤੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤਾਂ ਵੇਖ ਕੇ ਕਾਮਦੇਵ ਵੀ ਲੱਜਾ ਬਣਾ ਜਾਂਦਾ ਵੀ ਇੰਨਾ ਸਰੂਪ ਸੁੰਦਰ ਮੇਰਾ ਨਹੀਂ ਜਿੰਨਾ ਇਹਨਾਂ ਦਾ ਹੈ। ਐਸੇ ਸੁੰਦਰ ਸਰੂਪ ਵਾਲੇ ਚੰਦ ਸਰੀਖੇ ਮੁਖ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਜਿਹੜੀ ਬਾਲ ਕੁਮਰ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ ਆਪਣੇ ਹਿਰਦੇ ਵਸੇ। ਕੁਝ ਪ੍ਰਸੰਗ ਜਿਹੜਾ ਅੱਗੇ ਰਹਿੰਦਾ ਖਾਲਸਾ ਜੀ ਉਹ ਕੱਲ੍ਹ ਦੇ ਦੀਵਾਨ ਵਿੱਚ ਜਿਵੇਂ ਆਵੇਗਾ ਉਹ ਰਲ ਮਿਲ ਕਰਕੇ ਵਿਚਾਰ ਕਰਾਂਗੇ। ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ, ਅਣਜਾਣ ਬੱਚੇ ਸਮਝ ਕਰਕੇ ਬਖਸ਼ ਲੈਣਾ। ਗੁਰੂ ਗਰੀਬ ਨਵਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਖੇਲਤ ਅਜਰ ਮਾਝ ਪੀਤਾ ਪੈਸਕਾਰ ਸਾਂਝ, ਬੈਠਤ ਕਰੀ ਕੋ ਦੁਖ ਦਾਸਨ ਕਦਨ ਕੋ। ਮੰਦਰ ਕੇ ਅੰਦਰ ਵਿਰਾਜੈ ਰੂਪ ਸੁੰਦਰ ਸੋ, ਆਨੰਦ ਬਿਲੰਦ ਕਹਿ ਲਜਾਵਤ ਮਦਨ ਕੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।